You are listening to the online streaming service from Emmanuel Church, Handsworth, Birmingham, UK. ਗੁੱਡ ਮਾਰਨਿੰਗ। ਅੱਜ ਦੀ ਸਵੇਰ ਜੋ ਵੀ ਬ੍ਰਦਰ ਸਿਸਟਰ ਇਸ ਸਮੇਂ ਇਸ ਆਨਲਾਈਨ ਮੀਟਿੰਗ ਵਿੱਚ ਜੁੜੇ ਹੋਏ ਅਸੀਂ ਤੁਹਾਡਾ ਸਾਰਿਆਂ ਦਾ ਇਮੈਨੂਅਲ ਚਰਚ ਹੈਂਡਸ ਵੱਲੋਂ ਅਸੀਂ ਵੈਲਕਮ ਕਰਦੇ ਹਾਂ। ਅਤੇ ਖਾਸ ਕਰਕੇ ਜੋ ਸਾਡਾ ਇਸ ਸਮੇਂ ਪਹਿਲੀ ਵਾਰੀ ਜੁੜ ਰਿਹਾ, ਚਾਹੇ ਇਸ ਮੰਡਲੀ ਦੇ ਇਸ ਮੁਲਕ ਦੇ ਜਾਂ ਬਾਹਰਲੇ ਮੁਲਕਾਂ ਵਿੱਚੋਂ, ਅਸੀਂ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਅਤੇ ਅਸੀਂ ਸਾਡੀ ਪ੍ਰਾਰਥਨਾ ਅੱਜ ਦੇ ਤੁਸੀਂ ਇਸ ਮੀਟਿੰਗ ਦੁਆਰਾ ਜ਼ਰੂਰ ਬਰਕਤ ਪਾਓਗੇ। ਆਓ ਇਸ ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਾਈਬਲ ਵਿੱਚੋਂ ਜ਼ਬੂਰਾਂ ਦੀ ਪੋਥੀ ਉਹਦਾ ਪਹਿਲਾ ਚੈਪਟਰ ਪੜ੍ਹਾਂਗਾ। ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਹੈ, ਨਾ ਮਖੌਲੀਆਂ ਦੀ ਜੂੰਡੀ ਵਿੱਚ ਬਹਿੰਦਾ ਹੈ, ਪਰ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਦੁਸ਼ਟ ਅਜਿਹੇ ਨਹੀਂ, ਪਰ ਉਹ ਭੌ ਵਰਗੇ ਹਨ ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ। ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, ਕਿਉਂ ਜੋ ਯਹੋਵਾ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਉਹ ਜਾਵੇਗਾ। ਆਓ ਇਸ ਮੀਟਿੰਗ ਦੇ ਪਹਿਲੇ ਗੀਤ ਵੱਲ ਚੱਲਦੇ ਹਾਂ ਹੁਣ, ਜਿਹੜਾ ਕਿ ਤੁਹਾਡੀ ਸਕਰੀਨ 'ਤੇ ਆਵੇਗਾ। ਸੋ ਕਿਰਪਾ ਕਰਕੇ ਤੁਸੀਂ ਘਰਾਂ 'ਚ ਬੈਠੇ ਇਸ ਗੀਤ ਨੂੰ ਗਾਓ ਅਤੇ ਸਾਨੂੰ ਤੁਸੀਂ पास तेरे है खुदा, पास
आओ हुण प्रार्थना में आइए। ਜ਼ਮੀਨ ਅਸਮਾਨ ਦੇ ਮਾਲਕ ਪਿਤਾ ਪਰਮੇਸ਼ਵਰ, ਸਾਡੀ ਮਹਿਮਾ ਤੇਰੀ ਵਡਾਈ ਕਰਦੇ ਹਾਂ ਪ੍ਰਭੂ ਜੀ। ਇਸ ਸਮੇਂ ਵਾਸਤੇ ਸਾਨੂੰ ਤੁਸੀਂ ਇਕੱਠੇ ਕੀਤਾ ਪਿਤਾ ਜੀ। ਅਸੀਂ ਜਾਣਦੇ ਹਾਂ ਕਿ ਸਿਰਫ ਅਸੀਂ ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਸੀਂ ਤੁਹਾਡੇ ਕੋਲ ਆ ਸਕਦੇ ਹਾਂ। ਸਾਨੂੰ ਤੁਸੀਂ ਕਿੱਡਾ ਵੱਡਾ ਤੁਸੀਂ ਇਹ ਆਦਰ ਦਿੱਤਾ ਤਾਂ ਕਿ ਅਸੀਂ ਤੁਹਾਡੇ ਪ੍ਰਭੂ ਜੀ ਸਾਨੂੰ ਤੁਸੀਂ ਆਪਣੇ ਪਰਿਵਾਰ ਵਿੱਚ ਸ਼ਾਮਿਲ ਕੀਤਾ ਤਾਂ ਕਿ ਅਸੀਂ ਤੁਹਾਡੇ ਧੀਆਂ ਪੁੱਤ ਕਹਿਲਾ ਸਕੀਏ। ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ ਪਿਤਾ ਪਰਮੇਸ਼ਵਰ। ਅਤੇ ਪ੍ਰਭੂ ਜੀ ਅਸੀਂ ਜਾਣਦੇ ਹਾਂ ਕਿ ਅਸੀਂ ਸਿਰਫ ਪ੍ਰਭੂ ਯਿਸੂ ਮਸੀਹ ਵਿੱਚ ਬਚਾਏ ਜਾਂਦੇ ਹਾਂ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਇਸ ਹਫ਼ਤੇ ਬੀਤੇ ਹਫ਼ਤੇ ਜੋ ਵੀ ਸਾਡੇ ਕੋਲ ਭੁੱਲਾਂ ਚੁੱਕਾਂ ਜਾਂ ਜਾਣੇ ਸਾਡੇ ਕੋਲ ਪਾਪ ਹੋਇਆ ਪ੍ਰਭੂ ਜੀ, ਇਸ ਸਮੇਂ ਜੋ ਵੀ ਸਾਡਾ ਇਸ ਸਮੇਂ ਇਕੱਠੇ ਹੋਏ ਪ੍ਰਭੂ ਜੀ, ਉਹਨਾਂ ਪ੍ਰਭੂ ਜੀ ਸਾਡੇ ਪਾਪਾਂ ਦੀ ਸ਼ਿਫਾ ਵਾਸਤੇ ਸਾਨੂੰ ਤੁਸੀਂ ਮਾਫ਼ ਕਰੋ। ਜੋ ਵੀ ਜਾਣੇ ਅਸੀਂ ਪ੍ਰਭੂ ਜੀ ਚਾਹੇ ਸੋਚਾਂ ਵਿੱਚ ਜਾਂ ਅਸੀਂ ਦੇਖਦੇ ਹਾਂ ਜਾਂ ਸੁਣਦੇ ਹਾਂ, ਸਾਨੂੰ ਤੁਸੀਂ ਮਾਫ਼ ਕਰੋ ਪਿਤਾ ਪਰਮੇਸ਼ਰ। ਸਾਨੂੰ ਤੁਸੀਂ ਫਿਰ ਆਪਣੇ ਵਿੱਚ ਮੁੜ ਬਹਾਲ ਕਰੋ ਤਾਂ ਕਿ ਅਸੀਂ ਜਾਣਦੇ ਕਿ ਤੁਸੀਂ ਦਇਆ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦਾ ਇਸ ਸਮੇਂ ਜੋ ਵੀ ਮਾਹੌਲ ਇਸ ਦੁਨੀਆ 'ਚ ਬਣਿਆ ਹੋਇਆ ਕੋਵਿਡ ਦਾ, ਪਰ ਮੈਂ ਥੈਂਕ ਯੂ ਕਰਦਾ ਪ੍ਰਭੂ ਜੀ ਤੁਸੀਂ ਇੰਤਜ਼ਾਮ ਕੀਤਾ ਹੈ ਇਹ ਵੈਕਸੀਨੇਸ਼ਨ ਦਾ ਜੋ ਸਾਇੰਟਿਸਟਾਂ ਨੇ ਹੁਣ ਕੱਢੀ ਆ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦਾ ਕਿ ਇਹ ਲੋਕਾਂ 'ਤੇ ਅਸਰ ਕਰਨ ਵਾਲੀ ਹੋਵੇ ਤਾਂ ਕਿ ਲੋਕ ਬਚਾਏ ਜਾਣ ਪ੍ਰਭੂ ਜੀ ਇਸ ਮਹਾਂਮਾਰੀ ਤੋਂ। ਅਤੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਕਿ ਇਸ ਸਮੇਂ ਤੁਸੀਂ ਪੋਲੀਟੀਸ਼ੀਅਨਸ ਡਾਕਟਰ ਨਰਸਿਸ ਦੇ ਨਾਲ ਹੋਵੋ, ਜਿਸ ਤਰ੍ਹਾਂ ਬਹੁਤ ਜ਼ਿਆਦਾ ਔਖੇ ਸਮੇਂ 'ਚੋਂ ਜਾ ਰਹੇ ਆ ਕਿ ਮੁੜ ਅਸੀਂ ਦੁਬਾਰਾ ਸੈਕਿੰਡ ਲੋਕਡਾਊਨ ਵਿੱਚੋਂ ਜਾ ਰਹੇ ਹਾਂ, ਪਰ ਫਿਰ ਅਸੀਂ ਦੇਖਦੇ ਹਾਂ ਕਿ ਇਹ ਵਾਇਰਸਿਸ ਬਹੁਤ ਜ਼ਿਆਦਾ ਲੋਕਾਂ 'ਤੇ ਫੈਲ ਰਿਹਾ। ਪਰ ਪ੍ਰਭੂ ਜੀ ਤੁਸੀਂ ਸਾਨੂੰ ਤੁਸੀਂ ਤਗੜਾ ਅਤੇ ਮਜ਼ਬੂਤ ਕਰੋ ਤਾਂ ਕਿ ਅਸੀਂ ਇੱਦਾਂ ਦੇ ਮੌਕੇ ਵਿੱਚ ਹੋ ਕੇ ਅਸੀਂ ਤੁਹਾਡੇ ਵਚਨ ਨੂੰ ਫੈਲਾਉਣ ਵਾਲੇ ਹੋਈਏ, ਕਿਉਂਕਿ ਤੁਸੀਂ ਜਾਣਦੇ ਹਾਂ ਕਿ ਤੁਸੀਂ ਆਪਣੇ ਲੋਕਾਂ ਨੂੰ ਪ੍ਰਤੀ ਤੁਸੀਂ ਇਸਤੇਮਾਲ ਕਰਦੇ ਹੋ ਹੋਰਾਂ ਲੋਕਾਂ ਨੂੰ ਬਚਾਉਣ ਵਾਸਤੇ। ਪ੍ਰਾਰਥਨਾ ਕਰਦਾ ਪ੍ਰਭੂ ਜੀ ਇਸ ਮੰਡਲੀ ਦੇ ਜੋ ਵੀ ਲੋੜਾਂ ਜ਼ਰੂਰਤਾਂ ਜਾਂ ਜਿਹੜੇ ਬਿਮਾਰ ਲੋਕ ਪ੍ਰਭੂ ਜੀ ਉਹਨਾਂ ਵਾਸਤੇ, ਖਾਸ ਕਰਕੇ ਮੇਰੀ ਪ੍ਰਾਰਥਨਾ ਬ੍ਰਦਰ ਸਤਨਾਮ ਦੀ ਫੈਮਿਲੀ ਵਾਸਤੇ, ਜਿਸ ਤਰ੍ਹਾਂ ਉਹ ਕੋਵਿਡ ਦੇ ਵਿੱਚੋਂ ਜਾ ਰਹੇ ਆ। ਤੁਸੀਂ ਪ੍ਰਭੂ ਜੀ ਉਹਨਾਂ ਦੇ ਨਾਲ ਹੋਵੋ, ਉਹਨਾਂ ਨੂੰ ਸ਼ਿਫਾ ਦਿਓ, ਰਿਕਵਰੀ ਦਿਓ ਪ੍ਰਭੂ ਜੀ ਸੰਪੂਰਨ। ਜੌਨ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਵਰ ਤੁਸੀਂ ਉਹਦੇ ਨਾਲ ਹੋਵੋ ਪ੍ਰਭੂ ਜੀ, ਜਿਸ ਤਰ੍ਹਾਂ ਉਹ ਵੀ ਹੁਣ ਕੋਵਿਡ ਦੇ ਵਿੱਚੋਂ ਰਿਕਵਰੀ ਪਾ ਰਿਹਾ ਬ੍ਰਦਰ ਪ੍ਰਭੂ ਜੀ। ਪ੍ਰਾਰਥਨਾ ਰਬੈਕਾ ਅਤੇ ਤੇਜ ਦੇ ਤੁਸੀਂ ਨਾਲ ਹੋਵੋ, ਤੁਸੀਂ ਜਿਸ ਤਰ੍ਹਾਂ ਉਹ ਰਿਕਵਰ ਹੋ ਰਹੇ ਆ। ਅਤੇ ਫਿਰ ਮੇਰੀ ਖਾਸ ਕਰਕੇ ਪ੍ਰਾਰਥਨਾ ਪ੍ਰਭੂ ਜੀ ਉਹਨਾਂ ਦੀ ਆਤਮਿਕ ਸ਼ਿਫਾ ਵਾਸਤੇ ਪ੍ਰਭੂ ਜੀ, ਤੁਸੀਂ ਉਹਨਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰੋ ਪ੍ਰਭੂ ਜੀ। ਤੁਸੀਂ ਉਸ ਜੋੜੇ 'ਤੇ ਤੁਸੀਂ ਕੱਪੜੇ ਦਿਆ ਕਰੋ ਤਾਂ ਕਿ ਪ੍ਰਭੂ ਜੀ ਉਹ ਵੀ ਤੁਹਾਡੇ ਰਾਜ ਵਿੱਚ ਸ਼ਾਮਲ ਹੋਣ। ਪ੍ਰਾਰਥਨਾ ਪ੍ਰਭੂ ਜੀ ਮੇਰੀ ਕਮਲਜੀਤ ਅਤੇ ਰਾਮਾਸਰੀ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਫੈਮਿਲੀ 'ਚ ਪ੍ਰਭੂ ਜੀ ਮੌਤਾਂ ਹੋਈਆਂ ਪ੍ਰਭੂ ਜੀ, ਉਹਨਾਂ ਨੂੰ ਤੁਸੀਂ ਕੰਫਰਟ ਦਿਓ, ਸਵਰਗੀ ਤਸੱਲੀ ਦਿਓ ਪਿਤਾ ਪਰਮੇਸ਼ਵਰ। ਅੰਗਦ ਸ਼ਿੰਗਾਰਾ ਦੀ ਲੱਤ ਜਿਹੜੀ ਪੇਨ ਪ੍ਰਭੂ ਜੀ ਅਸੀਂ ਉਹਨਾਂ ਦੀ ਸ਼ਿਫਾ ਵਾਸਤੇ ਪ੍ਰਾਰਥਨਾ ਕਰਦੇ ਹਾਂ। ਅਤੇ ਪ੍ਰਭੂ ਜੀ ਅਸੀਂ ਜੋ ਵੀ ਮੰਡਲੀ ਦੀਆਂ ਇੱਥੇ ਮੀਟਿੰਗਸ ਜਿਹੜੀਆਂ ਹੁੰਦੀਆਂ ਸਵੇਰੇ ਸ਼ਾਮ ਜਾਂ ਹਫ਼ਤੇ ਦੀਆਂ ਮੀਟਿੰਗਾਂ, ਸਾਰਿਆਂ ਤੁਹਾਡੇ ਹੱਥਾਂ 'ਤੇ ਨੇ ਪਿਤਾ ਪਰਮੇਸ਼ਵਰ। ਤੁਸੀਂ ਇਸ ਸਾਰੇ ਇੰਤਜ਼ਾਮ ਨੂੰ ਆਪਣੇ ਹੱਥਾਂ ਵਿੱਚ ਲਵੋ। ਅਤੇ ਹੁਣ ਖਾਸ ਕਰਕੇ ਜੋ ਵੀ ਬ੍ਰਦਰ ਨੇ ਸਾਡੇ ਵਾਸਤੇ ਵਚਨ ਤਿਆਰ ਕੀਤਾ, ਸਾਡੀ ਪ੍ਰਾਰਥਨਾ ਪ੍ਰਭੂ ਜੀ ਸਾਨੂੰ ਤੁਸੀਂ ਸੁਣਨ ਵਾਲੇ ਕੰਨ ਦਿਓ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਨੂੰ ਸੁਣੀਏ ਅਤੇ ਇਸ ਆਉਣ ਵਾਲੇ ਹਫ਼ਤੇ ਵਿੱਚ ਤੁਹਾਡੇ ਵਿੱਚ ਅਸੀਂ ਹੋਰ ਮਜ਼ਬੂਤ ਹੋਈਏ। ਇਹ ਸਾਰਾ ਕੁਛ ਤੁਹਾਡੇ ਬੇਟੇ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦਾ ਹਾਂ, ਆਮੀਨ। ਆਓ ਹੁਣ ਇਸ ਆਉਣ ਵਾਲੇ ਹਫ਼ਤੇ ਦੇ ਜੋ ਨੋਟਿਸਿਸ ਉਹਨਾਂ ਵੱਲ ਚੱਲਦੇ ਹਾਂ। ਤੁਸੀਂ ਕਿਰਪਾ ਕਰਕੇ ਧਿਆਨ ਦਿਓ, ਥੋੜ੍ਹੇ ਜਿਹੇ ਨੋਟਿਸਿਸ ਫਰਕ ਆ ਇਸ ਹਫ਼ਤੇ ਦੇ। ਅੱਜ ਸ਼ਾਮ ਦੀ ਮੀਟਿੰਗ ਜਿਹੜੀ 5 ਵਜੇ ਹੋਵੇਗੀ ਜ਼ੂਮ 'ਤੇ। ਇਸ ਮੀਟਿੰਗ ਦੇ ਵਿੱਚ ਅਸੀਂ ਪ੍ਰਭੂ ਦੀ ਮੇਜ਼ ਵਿੱਚ ਹਿੱਸਾ ਲਵਾਂਗੇ। ਕਿਰਪਾ ਕਰਕੇ ਤੁਸੀਂ ਆਪਣੇ ਨਾਲ ਬ੍ਰੈਡ ਅਤੇ ਲਾਲ ਡਰਿੰਕ ਤੁਸੀਂ ਰੱਖਿਓ ਨਾਲ। ਆਮ ਤੌਰ 'ਤੇ ਅਸੀਂ ਪ੍ਰਭੂ ਦੀ ਮੇਜ਼ ਹਿੱਸਾ ਲੈਂਦੇ ਹਾਂ ਵੈਨਸਡੇ ਵਾਲੇ ਦਿਨ, ਪਰ ਕਿਉਂਕਿ ਸੰਡੇ ਦੀ ਸ਼ਾਮ ਜ਼ਿਆਦਾ ਲੋਕ ਇਕੱਠੇ ਹੁੰਦੇ ਆ ਤਾਂ ਕਰਕੇ ਅੱਜ ਅਸੀਂ ਸ਼ਾਮੀ ਪ੍ਰਭੂ ਦੀ ਮੇਜ਼ ਵਿੱਚ ਹਿੱਸਾ ਲਵਾਂਗੇ। ਅਤੇ ਫਿਰ ਅਗਲੇ ਹਫ਼ਤੇ ਸੰਡੇ ਨੂੰ, ਕਿਉਂਕਿ ਅਸੀਂ ਲੋਕਡਾਊਨ ਵਿੱਚੋਂ ਬਾਹਰ ਆ ਰਹੇ ਹਾਂ, ਅਤੇ ਫਿਰ ਅਸੀਂ ਮੰਡਲੀ 'ਚ ਇੱਥੇ ਚਰਚ ਵਿੱਚ ਇਕੱਠੇ ਹੋਵਾਂਗੇ। ਟਿਊਜ਼ਡੇ ਵਾਲੇ ਦਿਨ 7 ਵਜੇ ਪੰਜਾਬੀ ਪ੍ਰੇਅਰ ਮੀਟਿੰਗ ਹੋਵੇਗੀ। ਵੈਨਸਡੇ ਵਾਲੇ ਦਿਨ 7 ਵਜੇ ਇੰਗਲਿਸ਼ ਪ੍ਰੇਅਰ ਮੀਟਿੰਗ ਹੋਵੇਗੀ। ਅਤੇ ਫਰਾਈਡੇ ਵਾਲੇ ਦਿਨ 6 ਵਜੇ ਸੰਡੇ ਸਕੂਲ ਹੁੰਦਾ। ਤਾਂ ਇਸ ਕਰਕੇ ਅਸੀਂ ਪੇਰੈਂਟਸ ਨੂੰ ਰਿਕੁਐਸਟ ਕਰਦੇ ਤੁਸੀਂ ਆਪਣੇ ਬੱਚੇ ਔਨਲਾਈਨ ਇਸ ਮੀਟਿੰਗ ਵਿੱਚ ਲੈ ਕੇ ਆਓ ਜ਼ਰੂਰ। ਅਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਫਿਰ ਅਸੀਂ ਅਗਲੇ ਸੰਡੇ 11 ਵਜੇ ਔਨਲਾਈਨ ਸਰਵਿਸ ਵਿੱਚ ਇਕੱਠੇ ਹੋਵਾਂਗੇ।
ਤੇ ਸ਼ਾਮੀ ਦੀ ਜਿਹੜੀ ਮੀਟਿੰਗ ਉਹ ਇੱਥੇ ਚਰਚ ਵਿੱਚ ਹੋਵੇਗੀ ਸ਼ਾਮੀ 5 ਵਜੇ। ਆਓ ਹੁਣ ਬਾਈਬਲ ਰੀਡਿੰਗ ਵੱਲ ਚੱਲਦੇ ਹਾਂ। ਅੱਜ ਦਾ ਵਚਨ ਲਿਆ ਗਿਆ ਹੈ 2 ਹਿੱਸਿਆਂ ਵਿੱਚੋਂ। ਯਸ਼ਾਇਆ ਨਬੀ ਦੀ ਪੁਸਤਕ ਉਹਦਾ 42ਵਾਂ ਅਧਿਆਇ 6 ਤੋਂ 8 ਆਇਤ, ਤੇ ਯਹੋਨਾ ਨਬੀ ਦੀ ਕਿਤਾਬ ਉਹਦਾ 8ਵਾਂ ਅਧਿਆਇ ਤੇ ਉਹਦੀ 12 ਆਇਤ। ਸੋ ਇੱਕ ਵਾਰੀ ਮੈਂ ਫੇਰ ਦੱਸ ਦੇਵਾਂ, ਯਸ਼ਾਇਆ ਨਬੀ ਦੀ ਪੁਸਤਕ ਉਹਦਾ 42ਵਾਂ ਅਧਿਆਇ 6 ਤੋਂ 8 ਆਇਤ ਤੱਕ। ਮੈਂ ਯਹੋਵਾ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ। ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪ੍ਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ। ਭਾਈ ਤੂੰ ਅੰਨੀਆਂ ਅੱਖਾਂ ਨੂੰ ਖੋਲ੍ਹੇ, ਭੋਰੇ ਵਿੱਚੋਂ ਬੰਧੂਆਂ ਨੂੰ ਅਤੇ ਕੈਦ ਖਾਨੇ ਵਿੱਚੋਂ ਹਨੇਰੇ ਬੈਠਿਆਂ ਹੋਇਆਂ ਨੂੰ ਕੱਢੇ। ਮੈਂ ਯਹੋਵਾ ਹਾਂ, ਇਹੋ ਹੀ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪ੍ਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ। ਤੇ ਦੂਸਰਾ ਹਿੱਸਾ ਜੋ ਯਹੂਨਾ ਦੀ ਕਿਤਾਬ ਦਾ 8ਵਾਂ ਅਧਿਆਇ ਤੇ 12ਵੀਂ ਆਇਤ। ਉਪਰੰਤ ਯੀਸ਼ੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ, ਸਗੋਂ ਉਹਦੇ ਕੋਲ ਜਿਉਣ ਦਾ ਚਾਨਣ ਹੋਵੇਗਾ। ਆਮੀਨ। ਆਓ ਇਸ ਤੋਂ ਪਹਿਲਾਂ ਕਿ ਬ੍ਰਦਰ ਸਾਡੇ ਅੱਗੇ ਵਚਨ ਸ਼ੇਅਰ ਕਰਨ, ਅਸੀਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਇਸ ਸਕਰੀਨ 'ਤੇ ਆਵੇਗਾ। ਸੋ ਕਿਰਪਾ ਕਰਕੇ ਤੁਸੀਂ ਘਰਾਂ 'ਚ ਬੈਠੇ ਇਸ ਗੀਤ ਨਾਲ ਗਾਓ ਤੇ ਸਾਡੇ ਨਾਲ ਤੁਸੀਂ ਜੁੜੋ। You see that made
This morning I want to draw your attention to these words that are found in John chapter 8 and verse 12, where Jesus says, I am the light of the world. He who follows me shall not walk in darkness but have the light of life. ਅੱਜ ਸਵੇਰੇ ਅਸੀਂ ਉਹਨਾਂ ਲਫ਼ਜ਼ਾਂ 'ਤੇ ਗੌਰ ਕਰਨਾ ਚਾਹੁੰਦੇ ਹੈਗੇ ਆ ਯੋਹੰਨਾ 8:12 ਦੇ ਵਿੱਚ, ਜਿੱਥੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਹੈਗਾ ਕਿ ਦੁਨੀਆ ਦਾ ਨੂਰ ਮੈਂ ਹੈਗਾ, ਜਿਹੜਾ ਕੋਈ ਮੇਰੇ ਮਗਰ ਚੱਲਦਾ ਹੈਗਾ ਉਹ ਹਨੇਰੇ ਵਿੱਚ ਨਹੀਂ ਚੱਲੂਗਾ ਬਲਕਿ ਰੋਸ਼ਨੀ ਵਿੱਚ ਆਊਗਾ। Jesus said, I am the light of the world. ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। And my prayer is that by the end of this message you will understand exactly what Jesus is saying. ਸਾਡੀ ਪ੍ਰਾਰਥਨਾ ਕਿ ਅੱਜ ਦੇ ਵਚਨ ਤੋਂ ਬਾਅਦ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਜਾਣ ਲਵੋ, ਸਮਝ ਲਓ ਕਿ ਪ੍ਰਭੂ ਯੀਸ਼ੂ ਮਸੀਹ ਸਾਨੂੰ ਕੀ ਕਹਿਣਾ ਚਾਹੁੰਦੇ ਹੈਗੇ ਆ। And if you are listening and you're not a Christian, my prayer is that you will come to Christ, the light of the world. ਜੇ ਤੁਸੀਂ ਨਹੀਂ ਵਿਸ਼ਵਾਸ ਕਰਦੇ ਹੈਗੇ, ਸਾਡੀ ਪ੍ਰਾਰਥਨਾ ਇਹ ਹੈਗੀ ਅੱਜ ਸਵੇਰੇ ਕਿ ਤੁਸੀਂ ਵਚਨ ਸੁਣ ਕੇ ਤੁਸੀਂ ਉਸ ਨੂਰ ਦੇ ਕੋਲ ਆਓਗੇ ਜਿਹੜਾ ਜਗਤ ਦਾ ਨੂਰ ਪ੍ਰਭੂ ਯੀਸ਼ੂ ਮਸੀਹ ਹੈਗਾ। Some of you may recall the name Joseph Fritzl, who became known to the whole world in 2008. ਕਈਆਂ ਨੂੰ ਯਾਦ ਹੋਏਗਾ ਨਾਮ ਦਾ ਜੋਜ਼ਫ ਫ੍ਰਿਟਜ਼ਲ, ਜਿਹੜਾ ਕਿ 2008 ਦੇ ਵਿੱਚ ਉਹਦਾ ਨਾਮ ਬਹੁਤ ਮਸ਼ਹੂਰ ਹੋਇਆ ਸੀਗਾ ਦੁਨੀਆ ਦੇ ਵਿੱਚ। He lived in Austria and abducted his own daughter Elizabeth when she was 18 years old. ਉਹ ਆਸਟਰੀਆ ਵਿੱਚ ਰਹਿੰਦਾ ਸੀਗਾ ਔਰ ਉਹਨੇ ਆਪਣੀ ਬੱਚੀ ਨੂੰ ਅਗਵਾ ਕੀਤਾ ਸੀਗਾ ਜਦੋਂ 18 ਸਾਲ ਦੀ ਉਮਰ ਸੀਗੀ। He locked her in a cellar under the house where she remained a prisoner for 24 years. ਉਹ ਆਪਣੀ ਬੱਚੀ ਨੂੰ ਅਗਵਾ ਕਰਕੇ ਉਹਨੂੰ ਕੈਦ ਕੀਤਾ ਸੀਗਾ ਸੈੱਲੇ ਵਿੱਚ, ਜਿੱਥੇ ਕਿ 24 ਸਾਲ ਉਹ ਕੈਦ ਦੇ ਵਿੱਚ ਰਹੀ। When he initially built this cellar, it was quite small. ਜਦੋਂ ਨੇ ਸੈੱਲਾ ਜਦੋਂ ਬਣਾਇਆ ਸੀਗਾ ਉਸ ਵੇਲੇ ਸੈੱਲਾ ਬਹੁਤ ਛੋਟਾ ਸੀਗਾ ਘਰ ਦਾ। And he managed to lock her away by telling his daughter that it needed help carrying a door to the cellar. ਉਹਨੇ ਆਪਣੀ ਬੇਟੀ ਨੂੰ ਕਿਹਾ ਸੀ ਕਿ ਮੈਨੂੰ ਮਦਦ ਚਾਹੀਦੀ ਤੇਰੀ ਕਿ ਲੱਕੜੀ ਦਾ ਦਰਵਾਜ਼ਾ ਲੈ ਕੇ ਜਾਣਾ ਕਿ ਸੈੱਲੇ ਵਿੱਚ ਤੇ ਮੇਰੀ ਮਦਦ ਕਰ। ਇਸ ਬਹਾਨੇ ਦੇ ਨਾਲ ਆਪਣੀ ਬੇਟੀ ਨੂੰ ਲੈ ਗਿਆ ਸੈੱਲੇ ਵਿੱਚ। Once she was there, he used ether, which is a chemical which is used as an anesthetic. ਜਦੋਂ ਸੈੱਲੇ ਵਿੱਚ ਚਲ ਗਈ ਬੱਚੀ ਤਾਂ ਉਹਨੇ ਈਥਰ ਜਿਹੜਾ ਕਿ ਇੱਕ ਨਸ਼ਾ ਹੈਗਾ, ਦਵਾਈ ਹੈਗੀ ਆ, ਉਹਦਾ ਇਸਤੇਮਾਲ ਕੀਤਾ ਉਹਨੂੰ ਬੇਹੋਸ਼ ਕਰਨ ਦੇ ਲਈ। And then it made her unconscious and he dragged her into this small chamber and handcuffed her and tied her to a pole for 2 days. ਉਹਦੀ ਬੱਚੀ ਜਦੋਂ ਬੇਹੋਸ਼ ਹੋ ਗਈ ਉਹਨੂੰ ਘੜੀਸ ਕੇ ਲੈ ਗਿਆ ਅੰਦਰ ਤਾਂ ਉਹਨੂੰ ਖੰਭੇ ਦੇ ਨਾਲ ਉਹਨੂੰ ਸੰਗਲਾਂ ਦੇ ਨਾਲ ਬੰਨ੍ਹ ਦਿੱਤਾ। 2 ਦਿਨ ਉਹ ਸੰਗਲਾਂ ਦੇ ਨਾਲ ਬੰਨੀ ਰਹੀ। He then put her on a leash like a dog and he physically abused her. He raped her over 3,000 times over the 24 years. This is her own father. ਫਿਰ ਜਦੋਂ ਕੁੱਤੇ ਦੇ ਗਲ 'ਚ ਪਟਾ ਪਾਇਆ ਹੁੰਦਾ ਉੱਦਾਂ ਆਪਣੀ ਬੇਟੀ ਦੇ ਗਲੇ ਵਿੱਚ ਪਟਾ ਪਾ ਕੇ ਉਹਨੇ 24 ਸਾਲਾਂ ਵਿੱਚ 3000 ਵਾਰ ਤੋਂ ਜ਼ਿਆਦਾ ਆਪਣੀ ਧੀ ਦਾ ਆਪਣੀ ਬੇਟੀ ਦਾ ਬਲਾਤਕਾਰ ਕੀਤਾ। And he had 7 children with her. ਉਹਦੇ 7 ਬੱਚੇ ਹੋਏ ਆਪਣੀ ਬੇਟੀ ਦੇ ਨਾਲ। This all happened without his wife finding out. ਇਹ ਸਾਰਾ ਕੁਝ ਹੋਇਆ ਉਹਦੀ ਧੀਮੀ ਨੂੰ ਪਤਾ ਵੀ ਨਹੀਂ ਸੀਗਾ ਕਿ ਕੀ ਹੋ ਰਿਹਾ ਹੈਗਾ। She didn't know that the daughter was underneath in the cell in the cellar. She thought the father told her that the daughter had run away. ਉਹਦੀ ਧੀਮੀ ਨੂੰ ਪਤਾ ਵੀ ਨਹੀਂ ਸੀਗਾ ਕਿ ਬੇਟੀ ਸਾਡੀ ਥੱਲੇ ਸੈੱਲੇ ਵਿੱਚ ਬੰਦ ਹੈਗੀ ਆ। ਉਹਨੂੰ ਕਿਹਾ ਗਿਆ ਸੀਗਾ ਕਿ ਸਾਡੀ ਬੇਟੀ ਘਰੋਂ ਦੌੜ ਗਈ ਹੈਗੀ ਆ। Initially, if Elizabeth tried to escape or create a fuss, he would beat her, and then in the end she just gave up and complied with his demands. ਜਦੋਂ ਦੀ ਬੇਟੀ ਐਲਿਜ਼ਬeth ਜਦੋਂ ਦੌੜ ਕੇ ਜਾਣਾ ਚਾਹੁੰਦੀ ਸੀਗੀ ਉਹਨੂੰ ਬਹੁਤ ਮਾਰਦਾ ਕੁੱਟਦਾ ਹੁੰਦਾ ਸੀਗਾ। ਇਸ ਕਰਕੇ ਉਹ ਫਿਰ ਅੱਗੇ ਚੱਲ ਕੇ ਉਹ ਹਿੰਮਤ ਹਾਰ ਕੇ ਬਹਿ ਗਈ। ਉਹਨੇ ਫਿਰ ਘਰੋਂ ਦੌੜਨਾ ਬੰਦ ਕਰ ਦਿੱਤਾ। This chamber was later extended, made bigger, with the children having to dig out the chamber with their own hands. ਇਹ ਜਿਹੜਾ ਸੈੱਲਾ ਸੀਗਾ ਛੋਟਾ ਜਿਹਾ ਸੀਗਾ। ਜਦੋਂ ਫਿਰ ਉਹਦੀ ਬੇਟੀ ਦੇ ਜਦੋਂ ਅੱਗੇ ਬੱਚੇ ਹੋਏ 7 ਬੱਚੇ ਹੋਏ ਤਾਂ ਉਹ ਫਿਰ ਸੈੱਲਾ ਵੱਡਾ ਕਰਦੇ ਗਏ ਤਾਂ ਕਿ ਉਹਨਾਂ ਨੂੰ ਜਗ੍ਹਾ ਮਿਲੇ ਰਹਿਣ ਨੂੰ। 3 of the children were taken out as babies and adopted by Joseph Fritzl and his wife. He told his wife that the daughter had left them and she didn't want them. 3 ਬੱਚੇ ਤਾਂ ਉਹ ਜੋਜ਼ਫ ਨੇ ਤੇ ਉਹਦੀ ਪਤਨੀ ਨੇ ਆਪਣੇ ਗੋਦ ਲੈ ਲਏ। ਉਹਨੇ ਕੀ ਕਿਹਾ
ਕਿ ਸਾਡੀ ਬੇਟੀ ਦੇ ਬੱਚੇ ਹੈਗੇ ਇਹ ਉਹਨਾਂ ਨੂੰ ਛੱਡ ਕੇ ਚਲ ਗਈ ਹੈਗੀ ਆ, ਇਸ ਕਰਕੇ ਅਸੀਂ ਉਹਨਾਂ ਨੂੰ ਗੋਦ ਲੈਂਦੇ ਆ। And the rest that were left in the cell, one of them died and the others remained with the mother in the cell. ਬਾਕੀ ਦੇ ਜਿਹੜੇ 4 ਬੱਚੇ ਸੀ ਉਹਨਾਂ 'ਚ ਇੱਕ ਮਰ ਗਿਆ ਤੇ 3 ਬੱਚੇ ਜਿਹੜੇ ਸੀਗੇ ਉਹ ਮਾਂ ਦੇ ਨਾਲ ਸੇਲੇ ਵਿੱਚ ਰਹੇ। When the Austrian police discovered the cell, ਆਸਟਰੀਆ ਦੀ ਪੁਲਿਸ ਨੇ ਜਦੋਂ ਉੱਤੇ ਹਮਲਾ ਕੀਤਾ, ਜਦੋਂ ਉਹਨਾਂ ਨੇ ਦੇਖਿਆ they discovered there were 8 doors that needed to be unlocked to get to this chamber where the daughter was. And 2 of them had electronic devices. ਹੁਣ ਦੇਖਿਆ ਕਿ ਜਿੱਥੇ ਬੱਚੀ ਬੰਦ ਸੀ ਉਹਨਾਂ ਦੀ, ਉਹ ਦੇਖਿਆ ਕਿ 8 ਦਰਵਾਜ਼ੇ ਸੀਗੇ। 8 ਦਰਵਾਜ਼ਿਆਂ ਥਾਣੀ ਜਾ ਕੇ ਉਹਨਾਂ ਨੂੰ ਉੱਥੇ ਪਹੁੰਚੇ ਸੀਗੇ। ਕਹਿੰਦੇ ਜਿਹੜੇ 2 ਦਰਵਾਜ਼ੇ ਸੀਗੇ ਉਹਨਾਂ ਤੇ ਉਹਨਾਂ ਨੇ ਇਲੈਕਟ੍ਰੋਨਿਕ ਜਿੰਦੇ ਲਾਏ ਸੀਗੇ ਕਿ ਆਮ ਕੋ ਬੰਦਾ ਜਾ ਨਹੀਂ ਸਕਦਾ ਹੈਗਾ। These doors separated this poor daughter and her children from the world outside for many years. ਇਹ 8 ਦਰਵਾਜ਼ੇ ਉਸ ਲੜਕੀ ਨੂੰ ਤੇ ਉਹਦੇ ਬੱਚਿਆਂ ਨੂੰ ਬਹੁਤ ਸਾਲਾਂ ਤੱਕ ਦੁਨੀਆ ਤੋਂ ਅਲੱਗ ਰੱਖਿਆ। The children had never been exposed to natural light. ਬੱਚਿਆਂ ਨੇ ਕਦੇ ਦਿਨ ਦੀ ਰੋਸ਼ਨੀ ਜਾਂ ਸੂਰਜ ਦੀ ਰੋਸ਼ਨੀ ਕਦੇ ਨਹੀਂ ਦੇਖੀ ਸੀਗੀ। They'd never breathed the fresh air outside. ਬਾਹਰ ਉਹਨਾਂ ਨੇ ਕਦੇ ਹਵਾ ਵੀ ਨਹੀਂ ਦੇਖੀ ਲਈ ਸੀਗੀ। They were all locked up. ਕੈਦ ਕਰਕੇ ਰੱਖੇ ਸੀਗੇ। They had artificial light. ਬੱਤੀ ਜਲਦੀ ਸੀ ਅੰਦਰ, ਬਲਬ ਜਗਦਾ ਸੀਗਾ। And they were connected to the outside world through a television. ਉਹਨਾਂ ਨੂੰ ਛੋਟੇ ਟੈਲੀਵਿਜ਼ਨ ਦਿੱਤਾ ਸੀਗਾ ਕਿ ਬਾਹਰਲੀ ਦੁਨੀਆ ਦੇ ਵਿੱਚ ਦੇਖ ਸਕਣ ਕੀ ਹੋ ਰਿਹਾ ਹੈਗਾ। But when they came out, ਜਦੋਂ ਬਾਹਰ ਨਿਕਲ ਕੇ ਆਏ they struggled to adjust to the natural light. ਉਹਨਾਂ ਨੂੰ ਬਹੁਤ ਮੁਸ਼ਕਿਲ ਲੱਗਿਆ ਕਿ ਰੋਸ਼ਨੀ ਵਿੱਚ ਆ ਕੇ ਅੱਖਾਂ ਚਮਕਣੀਆਂ। And they had to stay in a dark room initially, and the curtains were slowly opened. ਉਹਨਾਂ ਨੂੰ ਪਹਿਲਾਂ ਹਨੇਰੇ ਕਮਰੇ 'ਚ ਰਹਿਣਾ ਪਿਆ, ਫਿਰ ਹੌਲੀ ਹੌਲੀ ਪਰਦੇ ਖੁੱਲ੍ਹ ਗਏ, ਤਾਂ ਜਾ ਕੇ ਉਹਨਾਂ ਦੀਆਂ ਅੱਖਾਂ ਰੋਸ਼ਨੀ ਦੇ ਨਾਲ ਯੂਜ਼ਡ ਟੂ ਹੋਈਆਂ। The best years of the daughter's life were spent from the age of 18 to 42 ਉਹਦੀ ਬੇਟੀ just ਦੇ in this cell in the dark. Well, ਉਹਦੀ there was ਬੇਟੀ- artificial light there. ਬੇਟੀ ਦੇ ਜ਼ਿੰਦਗੀ ਦੇ ਜਿਹੜੇ ਅਹਿਮ ਸਾਲ ਸੀ, 18 ਸਾਲ ਤੋਂ ਲੈ ਕੇ 42 ਸਾਲ ਤੱਕ ਉਹ ਕੈਦ ਕੋਠੜੀ ਵਿੱਚ ਬੰਦ ਹੋ ਕੇ ਨਿਕਲੇ। ਉਹਨੇ ਕੋਈ ਦੁਨੀਆ ਨਹੀਂ ਦੇਖੀ। This was a brutal, wicked, evil, domineering father who kept his own daughter in these awful conditions and abused her in horrific ways. ਇਹ ਬਹੁਤ ਦੁਸ਼ਟ ਪਾਪੀ ਇਨਸਾਨ ਜਿਹੜਾ ਕਿ ਬਾਪ ਕਹਿਲਾਉਂਦਾ ਹੈਗਾ, ਉਹਨੇ ਆਪਣੀ ਬੇਟੀ ਦੇ ਨਾਲ ਐਦਾਂ ਦਾ ਸਲੂਕ ਕੀਤਾ ਕਿ ਕੋਈ ਇਨਸਾਨ ਕਰ ਨਹੀਂ ਸਕਦਾ ਹੈਗਾ। ਬਹੁਤ ਬੁਰੇ ਵਿਵਹਾਰ ਕੀਤੇ ਉਹਨੇ ਆਪਣੀ ਬੱਚੀ ਦੇ ਨਾਲ। Now, this horrible incident in some ways illustrates how the whole of humanity is under the control of a domineering bully from which it cannot escape. ਇਹ ਭਿਆਨਕ ਹਾਦਸਾ ਸੁਣ ਕੇ ਸਾਨੂੰ ਯਾਦ ਆਉਂਦੀ ਆ ਕਿ ਜਿਹੜੀ ਦੁਨੀਆ ਹੈਗੀ, ਦੁਨੀਆ ਵੀ ਇੱਕ ਐਸੇ ਇਨਸਾਨ ਦੀ ਜਕੜ ਵਿੱਚ ਹੈਗੀ ਆ ਜਿਹੜਾ ਕਿ ਇਸੇ ਤਰ੍ਹਾਂ ਕਰਦਾ ਹੈਗਾ। ਦੁਨੀਆ ਨੂੰ ਸਾਂਭ ਕੇ ਰੱਖਦਾ, ਦੁਨੀਆ ਨੂੰ ਉਹ ਦਬਾ ਕੇ ਰੱਖਦਾ ਹੈਗਾ, ਦੁਨੀਆ ਨੂੰ ਉਹ ਡਰਾ ਕੇ ਰੱਖਦਾ ਹੈਗਾ। That bully is called sin. It dominates our lives. ਉਹਦਾ ਨਾਮ ਹੈਗਾ ਪਾਪ। ਪਾਪ ਜਿਹੜਾ ਹੈਗਾ ਉਹ ਦੁਨੀਆ ਨੂੰ ਦਬਾ ਕੇ ਰੱਖਦਾ, ਦੁਨੀਆ ਨੂੰ ਡਰਾ ਕੇ ਰੱਖਦਾ ਹੈਗਾ। Try as we may, we cannot defeat it. ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਅਸੀਂ ਸ਼ੈਤਾਨ ਨੂੰ ਹਰਾ ਨਹੀਂ ਸਕਦੇ, ਪਾਪ ਨੂੰ ਹਰਾ ਨਹੀਂ ਸਕਦੇ। And sin ruins the best years of our lives. ਪਾਪ ਜਿਹੜਾ ਹੈਗਾ ਸਾਡੀ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਹੜੇ ਹੈਗੇ ਆ ਉਹਨਾਂ ਨੂੰ ਬਰਬਾਦ ਕਰਕੇ ਰੱਖ ਦਿੰਦਾ। It abuses us. It keeps us in a dark dungeon. ਪਾਪ ਸਾਨੂੰ ਗਲਤ ਕੰਮ ਕਰਦਾ ਸਾਡੇ ਨਾਲ। ਪਾਪ ਸਾਨੂੰ ਕਾਲ ਕੋਠੜੀ ਵਿੱਚ ਬੰਦ ਕਰਕੇ ਰੱਖਦਾ ਹੈਗਾ, From which we cannot escape. ਜਿਸ ਤੋਂ ਅਸੀਂ ਆਜ਼ਾਦ ਨਹੀਂ ਹੋ ਸਕਦੇ। Sin has ruled our lives. ਪਾਪ ਸਾਡੀ ਜ਼ਿੰਦਗੀਆਂ ਵਿੱਚ ਰਾਜ ਕਰਦਾ ਸੀਗਾ। And there is absolutely no freedom in this world or in the next world. ਇਸ ਦੁਨੀਆ ਵਿੱਚ ਜਾਂ ਆਉਣ ਵਾਲੀ ਦੁਨੀਆ ਵਿੱਚ ਕੋਈ ਵੀ ਆਜ਼ਾਦੀ ਨਹੀਂ ਹੈਗੀ। At least Elizabeth escaped. ਕਮ ਸੇ ਕਮ ਐਲਿਜ਼ਬeth ਜਿਹੜੀ ਹੈ ਸੀਗੀ ਉਹ ਛੁੱਟ ਤਾਂ ਗਈ। But for us who are trapped in sin, ਪਰ ਸਾਡੇ ਲਈ ਅਸੀਂ ਜਿਹੜੇ ਪਾਪ ਦੇ ਵਿੱਚ ਫਸੇ ਹੋਏ ਹੈਗੇ ਆ, we'll end up in the darkness of eternal hell. ਅਸੀਂ ਵੀ ਨਰਕ ਦੀ ਕਾਲ ਕੋਠੜੀ ਦੇ ਵਿੱਚ ਹਨੇਰੇ ਵਿੱਚ ਅਸੀਂ ਜਾਵਾਂਗੇ। And once we are there, ਇੱਕ ਵਾਰ ਉੱਥੇ ਪਹੁੰਚ ਗਏ, no one will be able to rescue us from the dark. ਕੋਈ ਵੀ ਸਾਨੂੰ ਉਸ ਹਨੇਰੇ ਤੋਂ ਛੁਡਾ ਨਹੀਂ ਸਕਦਾ ਹੈਗਾ।
But there is a way out. ਪਰ ਇੱਕ ਰਸਤਾ ਹੈਗਾ ਬਾਹਰ ਨਿਕਲਣ ਦਾ। And you only have one chance to escape. ਇੱਕੋ ਹੀ ਮੌਕਾ ਦਿੱਤਾ ਜਾਂਦਾ ਸਾਨੂੰ ਉੱਥੋਂ ਛੁੱਟਣ ਦਾ। If you, that's this life. ਇਹ ਜ਼ਿੰਦਗੀ, And if you don't take hold of this chance in this life, ਇਸ ਜ਼ਿੰਦਗੀ ਵਿੱਚ ਅਸੀਂ ਜੇ ਮੌਕੇ ਦਾ ਫਾਇਦਾ ਨਾ ਉਠਾਈਏ, you'll be lost forever. ਹਮੇਸ਼ਾ ਹਮੇਸ਼ਾ ਦੇ ਲਈ ਅਸੀਂ ਗਵਾਚ ਜਾਵਾਂਗੇ। Elizabeth only escaped ਐਲਿਜ਼ਬeth ਤਦ ਹੀ ਬਚੀ because her eldest daughter, ਕਿਉਂਕਿ ਉਹਦੀ ਵੱਡੀ ਬੇਟੀ, who spent all of her life underground, ਜਿਹਨੇ ਸਾਰੀ ਉਮਰ ਉਹਨੇ ਆਪਣੀ ਜ਼ਿੰਦਗੀ ਦੀ ਉਮਰ ਉਹਨੇ ਗੁਜ਼ਾਰੀ ਉਸ ਕਾਲ ਕੋਠੜੀ ਵਿੱਚ, became so ill ਬਹੁਤ ਜ਼ਿਆਦਾ ਬਿਮਾਰ ਹੋ ਗਈ, and she went into a coma. ਕੋਮਾ ਵਿੱਚ ਚਲੇ ਗਈ। And then she had to be taken to the hospital, and there the story came out. ਬੇਹੋਸ਼ ਹੋ ਗਈ, ਉਹਨੂੰ ਹਸਪਤਾਲ ਲੈ ਕੇ ਜਾਣਾ ਪਿਆ, ਫਿਰ ਜਾ ਕੇ ਕਹਾਣੀ ਦੁਨੀਆ ਦੇ ਅੱਗੇ ਖੁੱਲੀ। ਉਹ If you're not a Christian this morning, ਅੱਜ ਸਵੇਰੇ ਜੇ ਤੁਸੀਂ ਪ੍ਰਭੂ ਨੂੰ ਨਹੀਂ ਜਾਣਦੇ ਹੈਗੇ, you may only have one chance or two chances, we don't know. ਹੋ ਸਕਦਾ ਤੁਹਾਡੇ ਕੋਲ ਵੀ ਇੱਕੋ ਹੀ ਮੌਕਾ ਹੋਵੇ ਜ਼ਿੰਦਗੀ ਵਿੱਚ। You may have a chance this week, you may have a chance now as you're listening. ਹੋ ਸਕਦਾ ਤੁਹਾਨੂੰ ਇਸ ਹਫਤੇ ਮੌਕਾ ਮਿਲੇ, ਹੋ ਸਕਦਾ ਤੁਹਾਨੂੰ ਤੁਸੀਂ ਅੱਜ ਵਚਨ ਸੁਣਦੇ ਆ, ਹੋ ਸਕਦਾ ਕਿ ਤੁਹਾਨੂੰ ਅੱਜ ਮੌਕਾ ਮਿਲੇ। You don't know whether that opportunity will pass you by. ਤੁਹਾਨੂੰ ਪਤਾ ਨਹੀਂ ਕਿ ਇਹ ਮੌਕਾ ਤੁਹਾਡੇ ਕੋਲ ਦੀ ਗੁਜ਼ਰ ਕੇ ਲੰਘ ਜਾਣਾ ਜਾਂ ਨਹੀਂ। If you don't escape, you'll be ਤੁਸੀਂ ਨਹੀਂ trapped ਜਾਂਦੇ, in that dungeon forever. ਜੇ ਤੁਸੀਂ ਨਹੀਂ ਇਹ ਮੌਕੇ ਦਾ ਫਾਇਦਾ ਉਠਾਉਂਦੇ ਤਾਂ ਤੁਸੀਂ ਵੀ ਉਸ ਕਾਲ ਕੋਠੜੀ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਬੰਦ ਰਹਿਣਾ ਹੈਗਾ। So this is what I want to tell you this morning, ਅੱਜ ਸਵੇਰੇ ਤੁਹਾਨੂੰ ਇਹੀ ਦੱਸਣਾ ਹੈਗਾ of how you can escape this bully, ਕਿੱਦਾਂ ਅਸੀਂ ਬਚ ਸਕਦੇ ਹੈਗੇ ਆ ਇਸ ਪਾਪ ਦੀ ਜਕੜ ਤੋਂ। this bully of sin in your life, ਇਹ ਪਾਪ ਦਾ ਜਿਹੜਾ ਸਾਡੇ ਉੱਤੇ ਜਿਹੜਾ ਹਵਾ ਹਾਵੀ ਹੁੰਦਾ ਹੈਗਾ, and the darkness and the consequences of sin, ਹਨੇਰਾ ਜਿਹੜਾ ਹੈਗਾ ਉਹਦੇ ਪਾਪ ਦਾ ਜੋ ਅੰਜਾਮ ਹੈਗਾ ਸਾਡੀ ਜ਼ਿੰਦਗੀ ਵਿੱਚ, and how you can come out of the darkness into light. ਕਿੱਦਾਂ ਅਸੀਂ ਹਨੇਰੇ ਵਿੱਚ ਨਿਕਲ ਕੇ ਰੋਸ਼ਨੀ ਵਿੱਚ ਆ ਸਕਦੇ ਹੈਗੇ ਆ। Jesus said, ਪ੍ਰਭੂ ਯਿਸੂ ਮਸੀਹ ਨੇ John ਫਰਮਾਇਆ chapter 8 verse 12, यूहन्ना 8:12, I am the light of the world. यीशु ने कहा कि दुनिया का नूर मैं हूँ, He who follows me will never walk in darkness, जो मेरी पैरवी करेगा वो अंधेरे में ना चलेगा but will have the light of life. बल्कि जिंदगी का नूर पाएगा। Now, if you've been joining us on a Sunday morning, ਜੇ ਤੁਸੀਂ ਸੰਡੇ ਸਵੇਰ ਨੂੰ ਸਾਡੇ ਕੋਲ ਆਉਂਦੇ ਰਹੇ you ਆ, will know that we are looking at the 7 I am statements found ਤੁਹਾਨੂੰ ਪਤਾ in ਵੀ the ਅਸੀਂ ਦੇਖ Gospel ਰਹੇ of ਆ John. ਜਿੱਥੇ ਪ੍ਰਭੂ ਨੇ ਕਿਹਾ ਹੈਗਾ ਮੈਂ ਹਾਂ 7 ਵਾਰ ਯੂਹੰਨਾ ਦੀ ਇੰਜੀਲ ਚੋਂ। These statements of Christ, we looked at the first one last week, ਪਿਛਲੇ ਹਫਤੇ ਅਸੀਂ ਪਹਿਲਾਂ ਦੇਖਿਆ ਸੀਗਾ ਮੈਂ ਹਾਂ, John chapter 6 verse 35, ਯੂਹੰਨਾ 6:35 ਵਿੱਚੋਂ, where Jesus says, I am the bread of life. ਜਿੱਥੇ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੀਵਨ ਦੀ ਰੋਟੀ ਮੈਂ ਹੈਗਾ। But this morning we're looking at this second one where Jesus says, I am the light of the world. ਅੱਜ ਸਵੇਰੇ ਅਸੀਂ ਦੇਖਣਾ ਹੈਗਾ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। So firstly, we'll consider why Jesus made this statement, why he said that he is the light of the world. ਪਹਿਲੀ ਗੱਲ ਅਸੀਂ ਗੌਰ ਕਰਨੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਉਂ ਕਿਹਾ ਹੈਗਾ ਕਿ ਜਗਤ ਦਾ ਨੂਰ ਮੈਂ ਹੈਗਾ। Now, to fully understand what Jesus meant by this statement, we need to understand the context in the passage here. ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਅਸੀਂ ਸਮਝੀਏ ਕਿ ਇਸ ਮਜ਼ਮੂਨ ਦੇ ਵਿੱਚ ਇਹਦਾ ਮਤਲਬ ਕੀ ਹੈਗਾ। So please have your Bible open. ਸੋ ਆਪਣੀ ਬਾਈਬਲਾਂ ਖੋਲੋ। Now notice what precedes this statement when Jesus says, I'm the light of the world. ਦੇਖੋ ਜੋ ਪ੍ਰਭੂ ਯਿਸੂ ਨੇ ਕਿਹਾ ਹੈਗਾ ਇਸ ਤੋਂ ਪਹਿਲਾਂ ਕੀ ਕਿਹਾ ਉਹਨਾਂ ਨੇ। We find in John chapter 8 verse 1 through to 11, ਯੂਹੰਨਾ 8:1 ਤੋਂ 11 ਆਇਤ ਦੇ ਵਿੱਚ there's the incident or the account of a woman caught in adultery. ਵਾਕਿਆ ਹੈਗਾ ਉਸ ਔਰਤ ਦੇ ਬਾਰੇ ਜਿਹੜੀ ਜ਼ਨਾ ਵਿੱਚ ਫੜੀ ਗਈ ਸੀਗੀ। Now, in the earliest translations of the Bible, this account of the woman caught in adultery is not there. ਬਾਈਬਲ ਦੇ ਪਹਿਲੇ ਤਰਜਮਿਆਂ ਵਿੱਚ ਇਹ ਔਰਤ ਦਾ ਜ਼ਿਕਰ ਜਿਹੜਾ ਜ਼ਨਾ 'ਚ ਫੜੀ ਗਈ ਹੈਗੀ ਆ ਇਹ ਨਹੀਂ ਕਿਤੇ ਲਿਖਿਆ ਗਿਆ। Now, this account is biblical. ਇਹ ਬਾਈਬਲ ਵਿੱਚ ਹੈਗੀ ਗੱਲ ਇਹ, It did happen, I believe that. ਅਸੀਂ ਵਿਸ਼ਵਾਸ ਕਰਦੇ ਕਿ ਹੋਇਆ ਸੀਗਾ ਏਦਾਂ। But there are disputes about where it should be or where it was in the original text. In the ਕਈ original ਲੋਕੀ Bible. ਬਹਿਸ ਕਰਦੇ ਕਿ ਅਸਲੀ ਬਾਈਬਲ ਦੇ ਤਰਜਮੇ ਤੋਂ Whether ਪਹਿਲਾਂ it's here or somewhere else. ਇੱਥੇ ਲਿਖਿਆ ਸੀਗਾ ਜਾਂ ਕਿਤੇ ਪਹਿਲਾਂ ਸੀਗਾ ਲਿਖਿਆ ਹੋਇਆ। But it seems to me
ਪਰ ਸਾਨੂੰ ਲੱਗਦਾ that when Jesus said in chapter 8, verse 12, I'm the Lord of the world, ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ 8:12 ਦੇ ਵਿੱਚ ਕਿ ਜਗਤ ਦਾ ਨੂਰ ਮੈਂ ਹੈਗਾ, it fits in better with what is said before the incident of the woman caught in adultery. ਇਸ ਤੋਂ ਪਹਿਲਾਂ ਜੋ ਪ੍ਰਭੂ ਨੇ ਔਰਤ ਨੂੰ ਕਿਹਾ ਸੀਗਾ ਜਿਹੜੀ ਜ਼ਨਾ 'ਚ ਫੜੀ ਗਈ ਸੀਗੀ, ਉਹ ਜੋ ਇਹਦੇ ਨਾਲ ਗੱਲ ਰਲਦੀ ਮਿਲਦੀ ਹੈਗੀ ਆ। You might ask, well, why do you say that? ਤੁਸੀਂ ਕਹੋਗੇ ਕਿ ਇਦਾਂ ਕਿਉਂ ਕਹਿੰਦੇ ਹੈਗੇ ਆ? Because if you go to chapter 7 and verse 2, ਜੇ 7ਵਾਂ ਚੈਪਟਰ ਯੋਹੰਨਾ ਦਾ ਦੂਸਰੀ ਆਇਤ ਦੇਖੀਏ, it speaks of the feast of the tabernacles. ਇਹਦੇ ਖਿਆਮ ਦੇ ਜਿਹੜਾ ਹੈਗਾ ਉਹਦੇ ਬਾਰੇ ਕਿਹਾ ਗਿਆ। We know that Jesus went to this feast ਪ੍ਰਭੂ ਯੀਸ਼ੂ ਮਸੀਹ ਇਸ ਤਿਉਹਾਰ ਵਿੱਚ ਗਏ, because in chapter 7 and verse 37 it says, on the last day, that great day of the feast, Jesus stood and cried out. So Jesus was there. ਕਿਉਂਕਿ 6:37 ਲਿਖਿਆ ਕਿ ਉਸ ਈਦ ਦੇ ਅਖੀਰਲੇ ਦਿਨ ਜੋ ਖਾਸ ਦਿਨ ਸੀਗਾ, ਪ੍ਰਭੂ ਯੀਸ਼ੂ ਮਸੀਹ ਨੇ ਖੜਾ ਹੋ ਕੇ ਪੁਕਾਰ ਕੇ ਕਿਹਾ। ਸੋ ਸਾਨੂੰ ਪਤਾ ਕਿ ਪ੍ਰਭੂ ਯੀਸ਼ੂ ਮਸੀਹ ਉੱਥੇ ਸੀਗੇ। Now this feast, the Feast of Tabernacles, remember the fact that in the time of Moses, the Israelites traveled in the wilderness for 40 years and they lived in tabernacles or tents. ਇਹ ਜਿਹੜੇ ਖੈਮੇ ਦਾ ਤਿਉਹਾਰ ਸੀਗਾ, ਇਸ ਕਰਕੇ ਮਨਾਇਆ ਜਾਂਦਾ ਸੀਗਾ ਕਿ ਯਾਦ ਰੱਖਣ ਕਿ ਇਜ਼ਰਾਈਲੀ ਲੋਕ ਬਿਆਬਾਨ ਦੇ ਵਿੱਚ 40 ਸਾਲ ਦੇ ਲਈ ਤੰਬੂਆਂ ਵਿੱਚ ਰਹਿੰਦੇ ਸੀਗੇ। Now one of the things that happened during this particular festival, ਇਸ ਤਿਉਹਾਰ ਦੌਰਾਨ ਕੀ ਹੋਇਆ in Jesus' day, ਪ੍ਰਭੂ ਯੀਸ਼ੂ ਮਸੀਹ ਦੇ ਦਿਨਾਂ ਵਿੱਚ, was that the precinct or the grounds of the temple in Jerusalem, there were these two big lamps. ਹੈਕਲ ਦਾ ਜਿਹੜੀ ਜਗ੍ਹਾ ਸੀਗੀ ਯਰੂਸ਼ਲਮ ਦੇ ਵਿੱਚ, ਉੱਥੇ ਇਹ ਦੋ ਵੱਡੇ ਸਥਾਨ ਸੀਗੇ, ਸ਼ਮਾਦਾਨ ਸੀਗੇ, Or several big lamps ਔਰ ਕਈ ਵੱਡੇ ਵੱਡੇ ਸ਼ਮਾਦਾਨ ਸੀਗੇ, called candelabras. ਉਹਨੂੰ ਕੈਂਡਲਾਬਰਾ ਕਿਹਾ ਜਾਂਦਾ ਸੀਗਾ। They were very tall ਬਹੁਤ ਉੱਚੇ ਲੰਬੇ ਸੀਗੇ, and you needed steps to get to the top. ਪੌੜੀਆਂ ਚਾਹੀਦੀਆਂ ਸੀਗੀਆਂ ਉੱਥੇ ਤੱਕ ਪਹੁੰਚਣ ਉਹਨਾਂ ਤੱਕ, And they had a reservoir of oil that burnt, ਔਰ that gave them light, ਤੇਲ ਹੁੰਦਾ ਸੀਗਾ ਵਿੱਚ ਜਿਹੜਾ ਕਿ ਜਗਦਾ ਸੀਗਾ, ਵੱਡੇ ਵੱਡੇ ਦੀਵੇ ਜਗਦੇ ਸੀਗੇ, that kept them burning. ਦੀਵੇ ਜਗਦੇ ਸੀਗੇ ਹਮੇਸ਼ਾ। Now these lamps were lit during the Feast of Tabernacles. ਇਸ ਤਿਉਹਾਰ ਦੌਰਾਨ ਇਹ ਜਿਹੜੇ ਦੀਵੇ ਸੀਗੇ, ਵੱਡੇ ਵੱਡੇ ਦੀਵੇ ਸੀਗੇ, ਜਗਾਏ ਜਾਂਦੇ ਸੀਗੇ। The reason being that the people were reminded of the fact that when the Jews were in the wilderness, they were led by a light in the wilderness. ਇਸ ਕਰਕੇ ਕਿ ਲੋਕਾਂ ਨੂੰ ਯਾਦ ਦਿਲਾਇਆ ਜਾਵੇ ਕਿ ਜਦੋਂ ਬਿਆਬਾਨ ਦੇ ਸੀਗੇ ਤੇ ਇੱਕ ਰੋਸ਼ਨੀ, ਇੱਕ ਨੂਰ ਉਹਨਾਂ ਦੇ ਮੋਹਰੇ ਜਾਂਦਾ ਸੀਗਾ, ਜਿਹੜਾ ਉਹਨਾਂ ਦੀ ਅਗਵਾਈ ਕਰਦਾ ਸੀਗਾ। We read of that in Exodus 13 verse 21 to 22. There was a pillar of cloud in the day and a pillar of fire that gave light in the night and guided them to the promised land. ਕੂਚ 13:21 ਚ ਅਸੀਂ ਪੜ੍ਹਦੇ ਹੈਗੇ ਕਿ ਦਿਨ ਨੂੰ ਬੱਦਲ ਦਾ ਥੰਮ ਤੇ ਰਾਤ ਨੂੰ ਅੱਗ ਦਾ ਥੰਮ ਉਹਨਾਂ ਦੇ ਅੱਗੇ ਜਾਂਦਾ ਸੀਗਾ, ਤਾਂ ਕਿ ਉਹਨਾਂ ਨੂੰ ਬਿਆਬਾਨ ਦੇ ਵਿੱਚ ਰਾਹ ਦਿਖਾਉਣ ਲਈ ਸੀਗਾ। So when these lamps were lit at the Feast of Tabernacles, they lit up the whole temple area and the surrounding area of Jerusalem. ਸੋ ਸ਼ਮਾਦਾਨ, ਬੜੇ ਸ਼ਮਾਦਾਨ ਜਦੋਂ ਜਲਾਏ ਜਾਂਦੇ ਸੀਗੇ ਤਾਂ ਹੈਕਲ ਦਾ ਇਲਾਕਾ ਜਿਹੜਾ ਸੀਗਾ ਔਰ ਯਰੂਸ਼ਲਮ ਦਾ ਜਿਹੜਾ ਇਲਾਕਾ ਸੀਗਾ, ਉੱਥੇ ਇੱਕਦਮ ਨੂਰ ਰੋਸ਼ਨੀ ਹੋ ਜਾਂਦੀ ਸੀਗੀ। Now, I think here in England we don't really appreciate this. ਇੱਥੇ ਇੰਗਲੈਂਡ ਦੇ ਵਿੱਚ ਅਸੀਂ ਇਸ ਗੱਲ ਦੀ ਕਦਰ ਨਹੀਂ ਕਰਦੇ ਹੈਗੇ। We don't really understand what it means to be in the dark. ਸਾਨੂੰ ਪਤਾ ਨਹੀਂ ਹੈਗਾ ਇਸ ਮੁਲਕ 'ਚ ਰਹਿੰਦੇ ਹੋਏ ਕਿ ਹਨੇਰੇ ਵਿੱਚ ਰਹਿਣ ਦਾ ਮਤਲਬ ਕੀ ਹੈਗਾ। Because even if we go out at 2 or 3 in the morning, there are street lights that light up the whole area. ਇੱਥੇ ਤੜਕੇ ਅਸੀਂ 2-3 ਵਜੇ ਵੀ ਬਾਹਰ ਨੂੰ ਜਾਓ ਨਾ ਤਾਂ ਹਨੇਰਾ ਨਹੀਂ ਹੈਗਾ। ਇੱਥੇ ਬਾਹਰ ਸੜਕ ਤੇ ਬੱਤੀਆਂ ਲੱਗੀਆਂ ਹੈਗੀਆਂ ਤਾਂ ਕਿ ਸੜਕ ਉੱਤੇ ਰੋਸ਼ਨੀ ਦਿਖਾਈ ਦੇਵੇ। In India, it's different. ਆਪਣੇ ਮੁਲਕਾਂ ਵਿੱਚ, ਹਿੰਦੁਸਤਾਨ ਵਿੱਚ ਫਰਕ ਹੈਗਾ। There are places where it's absolutely pitch black, that ਆਪਣੇ are not ਮੁਲਕ lit ਚ up with street lights. ਆਪਣੇ ਮੁਲਕ 'ਚ ਹੈਗਾ ਜਿੱਥੇ ਹਨੇਰਾ ਹੈਗਾ, ਰਾਹਾਂ ਵਿੱਚ ਉੱਥੇ ਕੋਈ ਰੋਸ਼ਨੀ ਨਹੀਂ ਹੈਗੀ, ਬੱਤੀ ਨਹੀਂ ਹੈਗੀ। But when it's pitch black ਜਦੋਂ ਬਿਲਕੁਲ ਗੁੱਪ ਹਨੇਰਾ ਹੁੰਦਾ, and it's dark, ਬਿਲਕੁਲ ਹਨੇਰਾ ਹੁੰਦਾ, you can't see anything, ਕੁਛ ਨਹੀਂ ਦਿਖਾਈ ਦਿੰਦਾ। and we need to be careful where we go, ਫਿਰ ਖਿਆਲ ਰੱਖਣਾ ਪਹਿਲੇ ਕਿੱਥੇ ਤੁਰ ਰਹੇ ਆ, and we need to be careful of the decisions we make. ਜਿਹੜੇ ਫੈਸਲੇ ਕਰਦੇ ਆ ਉਹਨਾਂ ਬਾਰੇ ਵੀ ਸਾਨੂੰ ਸੋਚਣਾ ਪੈਂਦਾ ਕੀ ਕਰਨ ਲੱਗਾ ਮੈਂ। In the days before electricity was invented, ਇਹਨਾਂ ਦਿਨਾਂ ਤੋਂ ਪਹਿਲਾਂ ਜਦੋਂ ਕਿ ਬਿਜਲੀ ਦੀ ਹੀਟਿੰਗ ਬਣਾਈ ਗਈ ਸੀਗੀ, there was a tight-fisted farmer, ਇੱਕ ਕਿਸਾਨ ਸੀਗਾ ਜਿਹੜਾ ਬਹੁਤ ਕੰਜੂਸ ਸੀਗਾ। and he told one of his workers off ਉਹਨੇ ਆਪਣੇ ਇੱਕ ਕਾਮੇ ਨੂੰ ਝੜਕਿਆ
Because the worker took a lamp, an oil lamp, ਕੰਮ ਨੇ ਕੀ ਕੀਤਾ, ਇੱਕ ਤੇਲ ਵਾਲੀ ਬੱਤੀ ਲੈ ਕੇ when he visited his bride to be. ਜਦੋਂ ਮਿਲਣ ਗਿਆ ਸੀਗਾ ਆਪਣੀ ਹੋਣ ਵਾਲੀ ਦੁਲਹਨ ਨੂੰ, And the farmer criticized him because it says, look, you have to pay for the oil. ਮਾਲਕ ਕਹਿੰਦਾ ਕਿ ਤੂੰ ਜਾ ਰਿਹਾ ਹੈਗਾ, ਤੇਲ ਦੇ ਪੈਸੇ ਦੇ ਜਾ। And then the farmer said, you know, when I visited my fiancée, ਕਿਸਾਨ ਨੇ ਕਿਹਾ ਕਿ ਜਦੋਂ ਮੈਂ ਜਾਂਦਾ ਸੀਗਾ ਨਾ ਆਪਣੀ ਮੰਗੇਤਰ ਨੂੰ ਮਿਲਣ ਦੇ ਲਈ, I never took a lamp ਮੈਂ ਕਦੇ ਦੀਵਾ ਨਹੀਂ ਲੈ ਕੇ ਗਿਆ ਸੀਗਾ। to save money. I went to see her in the dark. ਕਹਿੰਦਾ ਪੈਸੇ ਬਚਾਉਣ ਨੂੰ ਮੈਂ ਹਨੇਰੇ ਵਿੱਚ ਜਾਂਦਾ ਸੀਗਾ ਆਪਣੀ ਮੰਗੇਤਰ ਨੂੰ ਮਿਲਣ ਦੇ ਲਈ। Then the worker said, ਫਿਰ ਕਾਮੇ ਨੇ ਕਿਹਾ ਉਹਨੂੰ, yes, हाँ। look at the wife that you have. ਦੇਖ ਤੈਨੂੰ ਕਿੱਦਾਂ ਦੀ ਸੋਹਣੀ ਸੁਨੱਖੀ ਮਿਲੀ ਹੈਗੀ ਆ। In the dark we don't see things. ਹਨੇਰੇ ਵਿੱਚ ਅਸੀਂ ਨਹੀਂ ਦੇਖਦੇ ਹੈਗੇ ਕਿੱਦਾਂ ਦਾ ਕੋਈ ਹੈਗਾ। In Jesus' time when it was dark, ਪ੍ਰਭੂ ਯੀਸ਼ੂ ਮਸੀਹ ਦੇ ਦਿਨਾਂ ਵਿੱਚ ਜਦੋਂ ਹਨੇਰਾ ਸੀਗਾ, it was pitch black. ਕੁੱਪ ਹਨੇਰਾ ਸੀਗਾ। When the sun rose, people got up. When the sun went down, people went to sleep. ਸੂਰਜ ਚੜ੍ਹਦਾ ਸੀਗਾ, ਲੋਕੀ ਜਾਗਦੇ ਸੀਗੇ, ਸੂਰਜ ਢਲਦਾ ਸੀਗਾ ਤਾਂ ਲੋਕੀ ਸੌ ਜਾਂਦੇ ਸੀਗੇ। The rhythm of light dictated people's lives. ਸੂਰਜ ਦੀ ਰੋਸ਼ਨੀ ਦੱਸਦੀ ਲੋਕਾਂ ਨੂੰ ਕਦੋਂ ਜਾਗਣਾ, ਕਦੋਂ ਸੌਣਾ, ਕਦੋਂ ਬਾਹਰ ਜਾਣਾ। People would not travel in the dark ਹਨੇਰੇ ਵਿੱਚ ਲੋਕੀ ਬਾਹਰ ਨਹੀਂ ਜਾਂਦੇ ਸੀਗੇ unless it was absolutely necessary or unless there was a full moon. ਜੇ ਬਿਲਕੁਲ ਜ਼ਰੂਰੀ ਹੋਵੇ ਜਾਂ ਫਿਰ ਚੰਦਰਮਾ ਪੂਰਾ ਹੋਵੇ ਨਿਕਲਿਆ ਹੋਇਆ ਤਾਂ ਰੋਸ਼ਨੀ ਹੁੰਦੀ So ਸੀਗੀ। when these massive lights were lit ਸੇ ਇਹ ਵੱਡੇ ਸ਼ਮਾਦਾਨ ਜਦੋਂ ਜਲਾਏ ਜਾਂਦੇ ਸੀਗੇ at the Feast of Tabernacles, ਖੈਮੇ ਦੇ ਤਿਉਹਾਰ ਦੇ ਵਿੱਚ, they would have lit up the whole area ਸਾਰਾ ਇਲਾਕਾ ਜਿਹੜਾ ਸੀਗਾ ਉੱਥੇ ਰੋਸ਼ਨੀ ਹੁੰਦੀ ਸੀਗੀ, ਨੂਰ because ਹੁੰਦਾ there ਸੀਗਾ, was no other light, prominent light. ਕਿਉਂਕਿ ਹੋਰ ਕੋਈ ਰੋਸ਼ਨੀ ਨਹੀਂ ਸੀ ਉੱਥੇ। Now, why am I telling you this? ਅਸੀਂ ਤੁਹਾਨੂੰ ਕਿਉਂ ਦੱਸਦੇ ਹੈਗੇ ਆ? Because it's into this situation ਇਸ ਹਾਲਾਤ ਦੇ ਵਿੱਚ that Jesus speaks. ਪ੍ਰਭੂ ਯੀਸ਼ੂ ਮਸੀਹ ਬੋਲਦੇ ਆ, Either when the lights were lit ਜਾਂ ਤੇ ਜਦੋਂ ਬੱਤੀ ਜਗਾਈ ਜਾਂਦੀ ਸੀਗੀ, or the following day when it was pitch black. ਜਾਂ ਦੂਸਰੇ ਦਿਨ ਜਦੋਂ ਬਿਲਕੁਲ ਕੁੱਪ ਹਨੇਰਾ ਹੁੰਦਾ ਸੀਗਾ। Jesus uses the lamps as an illustration ਪ੍ਰਭੂ ਯੀਸ਼ੂ ਮਸੀਹ ਸ਼ਮਾਦਾਨਾਂ ਦਾ ਲੈ ਕੇ ਉਹਨਾਂ ਦੀ ਮਿਸਾਲ ਦਿੰਦੇ ਆ। and says, I am the light of the world. ਪ੍ਰਭੂ ਨੇ ਕੀ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। I am not just like the light shining over Jerusalem. ਪ੍ਰਭੂ ਕਹਿੰਦੇ ਮੈਂ ਉਹ ਨੂਰ ਨਹੀਂ ਹੈਗਾ ਜਿਹੜਾ ਕਿ ਕੱਲਾ ਯਰੂਸ਼ਲਮ ਉੱਤੇ ਚਮਕ ਰਿਹਾ ਹੈਗਾ, I am a bigger light. ਮੈਂ ਉਸ ਤੋਂ ਵੱਡਾ ਹੀ ਰੋਸ਼ਨੀ ਆ। I am the light of the whole world. ਮੈਂ ਸਾਰੀ ਦੁਨੀਆ ਦਾ ਨੂਰ ਹੈਗਾ, Not just the light of Jerusalem. ਸਿਰਫ ਯਰੂਸ਼ਲਮ ਦਾ ਨੂਰ ਨਹੀਂ। What Jesus was effectively saying ਪ੍ਰਭੂ ਯੀਸ਼ੂ ਮਸੀਹ ਕੀ ਕਹਿ ਰਹੇ ਹੈਗੇ ਆ is that the whole world is in darkness, ਕਿ pitch black. ਸਾਰੀ ਦੁਨੀਆ ਕੁੱਪ ਹਨੇਰੇ ਵਿੱਚ ਹੈਗੀ ਆ। The whole world is lost, they cannot see. ਸਾਰੀ ਦੁਨੀਆ ਗਵਾਚੀ ਹੋਈ ਆ, ਨਹੀਂ ਦੇਖ ਸਕਦੀ। The whole world is without direction. ਸਾਰੀ ਦੁਨੀਆ ਗਵਾਚੀ ਫਿਰਦੀ, ਉਹਨਾਂ ਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ। The whole world doesn't know where they're going. ਸਾਰੀ ਦੁਨੀਆ ਭਟਕਦੀ ਫਿਰਦੀ ਆ। The whole world needs light to guide it, ਸਾਰੀ ਦੁਨੀਆ ਨੂੰ ਰੋਸ਼ਨੀ ਚਾਹੀਦੀ ਹੈ ਕਿ ਤਾਂ ਕਿ ਰਾਹ ਦਿਖਾ ਲੇ ਕਿੱਧਰ ਨੂੰ ਜਾਣਾ। to show it the way to escape the darkness of sin. ਰੋਸ਼ਨੀ ਚਾਹੀਦੀ ਹੈ ਕਿ ਤਾਂ ਕਿ ਰਾਹ ਦਿਖਾ ਲੇ ਕਿੱਦਾਂ ਬਚਣਾ ਹੈਗਾ ਇਸ ਹਨੇਰੇ ਤੋਂ, ਇਸ ਪਾਪ ਤੋਂ। To show it the path of salvation out of the dungeon, out of the cell. ਮੁਕਤੀ ਦਾ ਰਾਹ ਦਿਖਾਲਣਾ ਉਸ ਕਾਲ ਕੋਠੜੀ ਵਿੱਚੋਂ, ਉਸ ਕੈਦਖਾਨੇ ਵਿੱਚੋਂ, ਉਸ ਹਨੇਰੇ ਵਿੱਚੋਂ। Just like the Jews had the pillar of fire in the wilderness. ਯਹੂਦੀਆਂ ਦੇ ਕੋਲ ਜਿੱਦਾਂ ਦਿਨ ਨੂੰ ਅੱਗ ਦਾ ਥੰਮ ਹੁੰਦਾ ਸੀਗਾ, ਰਾਤ ਨੂੰ The Feast of Tabernacles ਇਹ ਖੈਮੇ ਦਾ ਤਿਉਹਾਰ reminded them, the lights reminded them of the wilderness and the light. ਸ਼ਮਾਦਾਨਾਂ ਤੋਂ ਉਹਨਾਂ ਨੂੰ ਯਾਦ ਆਉਂਦਾ ਸੀਗਾ ਇਜ਼ਰਾਈਲੀਆਂ ਨੂੰ ਕਿ ਬਿਆਬਾਨ ਦੇ ਵਿੱਚ ਕਿੱਦਾਂ ਪ੍ਰਭੂ ਨੇ ਸਾਨੂੰ ਰੋਸ਼ਨੀ ਦਿੱਤੀ ਆ। And how this light took them to the promised land. ਇਹ ਰੋਸ਼ਨੀ ਉਹਨਾਂ ਨੂੰ ਵਾਅਦੇ ਵਾਲੇ ਮੁਲਕ 'ਚ ਲੈ ਕੇ ਗਈ। Jesus is saying, ਪ੍ਰਭੂ ਯੀਸ਼ੂ ਮਸੀਹ ਕਹਿੰਦੇ ਆ, I am like that pillar of fire ਪ੍ਰਭੂ ਕਹਿੰਦੇ ਉਹ ਜਿਹੜਾ ਅੱਗ ਦੇ ਥੰਮ ਵਰਗਾ ਮੈਂ ਹੈਗਾ, to guide you in this dark world to the promised land. ਇਸ ਦੁਨੀਆ ਦੇ ਹਨੇਰੇ ਵਿੱਚ ਰਾਹ ਦਿਖਾਲਣ ਨੂੰ ਮੈਂ ਹੈਗਾ ਕਿ ਤੁਹਾਨੂੰ ਵਾਅਦੇ ਵਾਲੇ ਮੁਲਕ 'ਚ ਲੈ ਕੇ ਜਾਵਾਂ, ਸਵਰਗ ਲੈ ਕੇ ਜਾਵਾਂ। So this is why Jesus said, I am the light of the world. ਇਸ ਕਰਕੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। Secondly then, ਦੂਸਰੀ ਗੱਲ, what does Jesus exactly mean by I am the light of the world? ਇਹਦਾ ਮਤਲਬ ਕੀ ਹੈ ਕਿ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ,
How is he like light? ਪ੍ਰਭੂ ਕਿੱਦਾਂ ਰੋਸ਼ਨੀ ਵਾਂਗਣ ਕਿੱਦਾਂ ਹੈਗੇ ਆ? I think there are two things here. ਇਹ ਤੇ ਦੋ ਗੱਲਾਂ ਹੈਗੀਆਂ। Firstly, he's saying, I am God, by saying, I am the light of the world. ਜਦੋਂ ਪ੍ਰਭੂ ਨੇ ਕਿਹਾ ਕਿ ਮੈਂ ਨੂਰ ਹੈਗਾ, ਇਹਦਾ ਮਤਲਬ ਉਹ ਕੀ ਕਹਿੰਦੇ ਆ ਕਿ ਮੈਂ ਖੁਦਾ ਹੈਗਾ, ਮੈਂ ਰੱਬ ਹੈਗਾ। 1 John chapter 1 verse 5 says God is light. ਪਹਿਲਾ ਯੋਹੰਨਾ 1:5 ਵਿੱਚ ਲਿਖਿਆ ਕਿ ਪਰਮੇਸ਼ਰ ਨੇ ਕਿਹਾ, ਪ੍ਰਭੂ ਨੇ ਕਿਹਾ ਕਿ ਨੂਰ ਮੈਂ ਹੈਗਾ। Light in the Bible represents God. ਬਾਈਬਲ ਦੇ ਵਿੱਚ ਜਦੋਂ ਨੂਰ ਦਾ ਜ਼ਿਕਰ ਆਉਂਦਾ, ਉਹਦੇ ਪਰਮੇਸ਼ਰ ਦਾ ਜ਼ਿਕਰ ਆਉਂਦਾ। His purity, His holiness. ਪਵਿੱਤਰਤਾਈ, ਉਹਦੀ ਪਾਕੀਜ਼ਗੀ। What was God's first command when He created? ਪਰਮੇਸ਼ਰ ਨੇ ਜਦੋਂ ਦੁਨੀਆ ਨੂੰ ਬਣਾਇਆ, ਉਹਦਾ ਪਹਿਲਾ ਹੁਕਮ ਕੀ ਸੀਗਾ? Let there be light, and there was light. ਪਰਮੇਸ਼ਰ ਨੇ ਫਰਮਾਇਆ ਰੋਸ਼ਨੀ ਹੋਵੇ, ਰੋਸ਼ਨੀ ਹੋ ਗਈ। James chapter 1 and verse 17. ਯਾਕੂਬ 1:17 It says He is the Father of lights. ਕੀ ਲਿਖਿਆ ਕਿ ਪਰਮੇਸ਼ਰ ਰੋਸ਼ਨੀ ਦਾ ਬਾਪ ਹੈਗਾ, He's the Father of lights. ਰੋਸ਼ਨੀ ਦਾ ਪਿਤਾ ਹੈਗਾ ਉਹ। There's no variation or shadow of turning in Him. ਉਹ 'ਚ ਕੋਈ ਫਰਕ ਨਹੀਂ ਹੈਗਾ, ਪ੍ਰਭੂ ਟਲਦਾ ਨਹੀਂ ਹੈਗਾ। God is light. God doesn't change. God is pure. ਪਰਮੇਸ਼ਰ ਰੋਸ਼ਨੀ ਆ, ਪਰਮੇਸ਼ਰ ਬਦਲਦਾ ਨਹੀਂ ਹੈਗਾ, ਪਰਮੇਸ਼ਰ ਕਦੇ ਟਲਦਾ ਨਹੀਂ ਹੈਗਾ, ਪਰਮੇਸ਼ਰ ਯਕਸਾਨ ਹੈਗਾ। 1 Timothy chapter 6 verse 16 ਪਹਿਲਾ ਤਿਮੋਥੀਅਸ 1:16 says God dwells in unapproachable light. ਪਰਮੇਸ਼ਰ ਐਸੀ ਜਗ੍ਹਾ ਰਹਿੰਦਾ ਹੈਗਾ ਜਿੱਥੇ ਕਿ ਨੂਰ 'ਚ ਰਹਿੰਦਾ ਹੈਗਾ, ਜਿੱਥੇ ਕਿ ਕੋਈ ਇਨਸਾਨ ਜਾ ਨਹੀਂ ਸਕਦਾ। Psalm 119 verse 105, God's light, the light represents God's word, His truth, the knowledge of the truth. ਜ਼ਬੂਰ 119 105 ਆਇਤ, ਪਰਮੇਸ਼ਰ ਦਾ ਨੂਰ ਹੈਗਾ, ਉਹਦਾ ਵਚਨ ਹੈਗਾ, ਉਹਦਾ ਵਚਨ ਸਾਨੂੰ ਰੋਸ਼ਨੀ ਦੇ ਵਿੱਚ ਲੈ ਕੇ ਜਾਂਦਾ ਹੈਗਾ। So for Jesus to say, I am the light of the world, ਸੋ ਪ੍ਰਭੂ ਯੀਸ਼ੂ ਮਸੀਹ ਨੇ ਇਹ ਕਹਿਣਾ ਕਿ ਦੁਨੀਆ ਦਾ ਨੂਰ ਮੈਂ ਹੈਗਾ। He's saying, I am God. ਕੀ ਕਹਿੰਦੇ ਆ ਕਿ ਪ੍ਰਭੂ ਇਹ ਕਹਿੰਦੇ ਕਿ ਮੈਂ ਖੁਦਾ ਹੈਗਾ, I am like the Father. ਮੈਂ ਉਹ ਬਾਪ ਹੈਗਾ, I am God the Son. ਮੈਂ ਬਾਪ ਹੈਗਾ, ਮੈਂ ਬੇਟਾ ਹੈਗਾ। I am the Word. I am the truth made flesh. ਮੈਂ ਵਚਨ ਹੈਗਾ ਜਿਹੜਾ ਕਿ ਦੇਹਧਾਰੀ ਹੋ ਕੇ ਆਇਆ। I am pure. I am holy. ਮੈਂ ਪਵਿੱਤਰ ਹੈਗਾ, ਮੈਂ ਪਾਕ ਹੈਗਾ, ਮੈਂ ਪਾਕੀਜ਼ਗੀ ਵਿੱਚ ਹੈਗਾ। I am eternal. ਮੈਂ ਸੰਦੀਪਕ ਹੈਗਾ। I am the light ਮੈਂ ਰੋਸ਼ਨੀ ਹੈਗਾ। of that burning bush that appeared to Moses. ਮੂਸਾ ਨੂੰ ਜਿਹੜੀ ਬਲਦੀ ਹੋਈ ਝਾੜੀ ਦਿਖਾਈ ਦਿੱਤੀ ਸੀਗੀ, ਉਹਦੀ ਰੋਸ਼ਨੀ ਮੈਂ ਹੈਗਾ। I am the Son of God who can dispel the darkness. ਪ੍ਰਭੂ ਕਹਿੰਦੇ ਕਿ ਮੈਂ ਉਹ ਸੂਰਜ ਹੈਗਾ ਜਿਹੜਾ ਹਨੇਰੇ ਨੂੰ ਦੂਰ ਕਰ ਦਿੰਦਾ। So to say that He's the light of the world is to acknowledge that He is God. ਸੋ ਇੰਨੀ ਗੱਲ ਕਹਿਣੀ, ਮੂੰਹ ਇਕਰਾਰ ਕਰਨਾ ਕਿ ਪ੍ਰਭੂ ਯੀਸ਼ੂ ਮਸੀਹ ਰੋਸ਼ਨੀ ਹੈਗਾ, ਇਹ ਕਹਿਣਾ ਹੈਗਾ ਕਿ ਉਹ ਖੁਦਾ ਹੈਗਾ। But secondly, when He says, I am the light of the world, ਦੂਸਰੀ ਗੱਲ ਜਦੋਂ ਪ੍ਰਭੂ ਕਹਿੰਦੇ ਆ ਕਿ ਜਗਤ ਦਾ ਨੂਰ ਮੈਂ ਹੈਗਾ, He is acknowledging that He is the Messiah, the Savior. ਉਹ ਕਹਿੰਦੇ ਕਿ ਮੈਂ ਮਸੀਹਾ, ਮੈਂ ਮੁਕਤੀਦਾਤਾ, ਮੈਂ ਬਚਾਉਣ ਵਾਲਾ ਹੈਗਾ। In the Old Testament, there are promises given that speak of the coming of the Messiah, ਪੁਰਾਣੇ ਨੇਮ ਵਿੱਚ ਵਾਅਦੇ ਹੈਗੇ ਜਿਹੜੇ ਦੱਸਦੇ ਸਾਨੂੰ ਕਿ ਆਉਣ ਵਾਲਾ ਮਸੀਹਾ ਦੇ ਬਾਰੇ। who will come to this dark world. ਪ੍ਰਭੂ ਇਸ ਹਨੇਰੀ ਦੁਨੀਆ ਵਿੱਚ ਆਊਗਾ। It promises to send someone who can bring people out of darkness. ਪਰਮੇਸ਼ਰ ਨੇ ਵਾਅਦਾ ਕੀਤਾ ਕਿ ਮੈਂ ਭੇਜੂੰਗਾ ਉਹਨੂੰ ਜਿਹੜਾ ਕਿ ਦੁਨੀਆ ਨੂੰ ਹਨੇਰੇ ਵਿੱਚ ਕੱਢ ਕੇ ਬਾਹਰ ਲੈ ਕੇ ਆਊਗਾ, Out of the grip of sin, ਪਾਪ ਦੀ ਚੁੰਗਲ ਵਿੱਚੋਂ to free them ਉਹਨਾਂ ਨੂੰ ਆਜ਼ਾਦ ਕਰੇ, and to bring them into the light of God's salvation. ਪਰਮੇਸ਼ਰ ਦੀ ਮੁਕਤੀ ਦੇ ਵਿੱਚ ਲੈ ਕੇ ਆਵੇ। If you turn to Isaiah, ਜੇ ਦੇਖੀਏ ਅਸੀਂ ਯਸ਼ਾਇਆ Isaiah chapter 9 and verse 2, ਯਸ਼ਾਇਆ 9 it says this, ਕੀ ਲਿਖਿਆ? the people who walked in darkness have seen a great light. Those who dwelt in the land of the shadow of death, upon them a light has shined. जो लोग तारीकी में चलते थे उन्होंने बड़ी रोशनी देखी, जो मौत के साए के मुल्क में रहते हैं उन पर नूर चमका। This is speaking about the coming Messiah. ये आने वाले मसीहा का जिक्र हो रहा हैगा। It's really talking about the birth of Christ, प्रभु यीशु मसीह के बारे क्या गया? who will come to this dark world. Upon them a light has shined. प्रभु यीशु मसीह इस दुनिया में आऊगा, हनेरी दुनिया में आऊगा, उन्हां उत्ते एक नूर, एक रोशनी चमकी है। And we know that's the case. It's talking about the Messiah, about Christ and His birth, because in verse 6 it says this, for unto us a child is born, unto us a son is given, and the government will be upon His shoulder, and His name will be called Wonderful Counselor, Mighty God,
Everlasting Father, Prince of Peace. ਸਾਨੂੰ ਪਤਾ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਕਿਹਾ ਗਿਆ ਹੈਗਾ, ਕਿਉਂਕਿ ਅੱਗੇ ਚੱਲ ਕੇ ਦੇਖਦੇ ਹਾਂ 6ਵੀਂ ਆਇਤ ਵਿੱਚ ਕੀ ਲਿਖਿਆ ਹੈਗਾ, इसलिए हमारे लिए एक लड़का तवल्लुद हुआ और हमको एक बेटा बख्शा गया और सल्तनत उसके कंधे पर होगी और उसका नाम अजैब मुशीर, खुदाए कदीर, अबदी का बाप, सलामती का शहजादा होगा। This is the promised Messiah, Christ, the light who will come into the world. ਇਹ ਮਸੀਹ ਜਿਹੜਾ ਵਾਅਦੇ ਵਾਲਾ ਹੈਗਾ, ਜਿਹੜਾ ਕਿਹਾ ਗਿਆ ਸੀ ਕਿ ਇਸ ਦੁਨੀਆ ਦੇ ਵਿੱਚ ਇੱਕ ਨੂਰ, ਇੱਕ ਰੋਸ਼ਨੀ ਆਊਗਾ। Turn to Isaiah chapter 42 ਆਓ ਦੇਖੋ ਯਸ਼ਾਇਆ 42 6ਵੀਂ ਆਇਤ and verse 6 and 7. ਯਸ਼ਾਇਆ 42 ਚੈਪਟਰ 6ਵੀਂ 7ਵੀਂ ਆਇਤ। Again, this is talking about the servant who would come. It's talking about the Messiah. ਆਉਣ ਵਾਲੇ ਨੌਕਰ ਦੇ ਬਾਰੇ ਜਿਹੜਾ ਸੇਵਕ ਹੈਗਾ ਉਹਦੇ ਬਾਰੇ ਲਿਖਿਆ ਗਿਆ। And it says this, ਕੀ ਲਿਖਿਆ? verse 6, I, the Lord, have called you in righteousness and will hold your hand. I will keep you and give you as a covenant to the people, as a light to the Gentiles. And verse 7, to open blind eyes, to bring out prisoners from the prison, those who sit in darkness from the prison house. यशाया 42 6 ਤੇ 7 आयत पढ़िए। मैं खुदावंद ने तुझे सदाकत से बुलाया, मैं ही तेरा हाथ पकड़ूंगा और तेरी हिफाजत करूंगा और लोगों के अहद और कौमों के नूर के लिए तुझे दूंगा। तू ही अंधेरों की आंखें खोले और असीरों के कैद को कैसे निकाले और उनको जो अंधेरे में बैठे हैं कैद खाने से छुड़ाएगा। What is it saying? क्या लिखा? Jesus came प्रभु यीशु मसीह आए to be a light to the Gentiles, गैर कौमां दे ਲਈ रोशनी बन के, to open blind eyes, ਅੰਨੀਆਂ ਅੱਖਾਂ ਨੂੰ ਖੋਲਣ ਦੇ ਲਈ, to set prisoners free, ਕੈਦੀਆਂ ਨੂੰ ਆਜ਼ਾਦ ਕਰਨ ਦੇ ਲਈ, to those who are trapped in their sin. ਜਿਹੜੇ ਆਪਣੇ ਪਾਪ ਵਿੱਚ ਫਸੇ ਬੈਠੇ ਹੈਗੇ ਆ, For them, Jesus came. ਉਹਨਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਆਏ। Jesus said, I am the light of the world. ਪ੍ਰਭੂ ਕਹਿੰਦੇ ਕਿ ਜਗਤ ਦਾ ਨੂਰ ਮੈਂ ਹੈਗਾ। I am that person who can set you free. I am the Messiah of the Old Testament. ਮੈਂ ਉਹ ਹੈਗਾ ਜਿਹੜਾ ਤੁਹਾਨੂੰ ਬਚਾ ਸਕਦਾ। ਮੈਂ ਉਹ ਹੈਗਾ ਜਿਹੜਾ ਪੁਰਾਣੇ ਨੇਮ ਦਾ ਮਸੀਹਾ ਹੈਗਾ। ਮੈਂ ਉਹ ਹੈਗਾ ਜਿਹੜਾ ਤੁਹਾਡੇ ਪਾਪਾਂ ਦੀ ਮੁਕਤੀ ਦੇ ਲਈ ਆਇਆ। There are two types of lights in the world. ਦੁਨੀਆ ਵਿੱਚ ਦੋ ਤਰ੍ਹਾਂ ਦੇ ਨੂਰ ਆ। There is the physical light. ਇੱਕ ਜਿਸਮਾਨੀ ਨੂਰ ਆ। When we leave the darkness of our mother's womb, ਅਸੀਂ and ਆਪਣੀ we're ਮਾਂ ਦੀ ਕੁੱਖ ਛੱਡ ਕੇ ਆਉਂਦੇ ਆ ਦੁਨੀਆ ਵਿੱਚ, we perceive the physical light. ਅਸੀਂ ਦੁਨੀਆ ਵਿੱਚ ਆਉਂਦੇ ਆ, ਅਸੀਂ ਅੱਖਾਂ ਖੋਲਦੇ ਆ, ਅਸੀਂ ਦੁਨੀਆ ਦਾ ਨੂਰ ਦੇਖਦੇ ਆ। As our eyes are open, ਸਾਡੀ ਅੱਖਾਂ ਜਦੋਂ ਖੁੱਲਦੀਆਂ, that's our physical birth. ਉਹ ਸਾਡਾ ਜਿਸਮਾਨੀ ਜਨਮ ਹੁੰਦਾ। With physical light we see each other. ਜਿਸਮਾਨੀ ਨੂਰ ਦੇ ਨਾਲ ਅਸੀਂ ਇੱਕ ਦੂਸਰੇ ਨੂੰ ਦੇਖਦੇ ਆ। We see God's handiwork. ਅਸੀਂ ਦੇਖਦੇ ਆ ਕਿ ਪਰਮੇਸ਼ਰ ਦੀ ਦਸਤਕਾਰੀ। If there's a dark alleyway, ਜੇ ਹਨੇਰੀ ਸੜਕ ਹੈਗੀ ਆ, or a dark room, ਜੇ ਹਨੇਰਾ ਕਮਰਾ ਹੈਗਾ, we need a candle or a torch, ਸਾਨੂੰ ਮੋਮਬੱਤੀ ਚਾਹੀਦੀ ਆ, ਟੋਰਚ ਚਾਹੀਦੀ ਦੇਖਣ ਨੂੰ। and that dispels the darkness. ਬੱਤੀ ਜਗਾਉਂਦੇ ਆ ਤਾਂ ਹਨੇਰਾ ਦੂਰ ਹੁੰਦਾ। It's physical light ਜਿਸਮਾਨੀ ਨੂਰ that helps us to see. ਜਿਹੜਾ ਸਾਨੂੰ ਮਦਦ ਕਰਦਾ ਦੇਖਣ ਨੂੰ। But there is also spiritual light. ਪਰ ਰੂਹਾਨੀ ਨੂਰ ਵੀ ਹੈਗਾ। This light speaks of the knowledge of truth. ਇਹ ਰੂਹਾਨੀ ਨੂਰ ਕੀ ਹੈਗਾ? ਪਰਮੇਸ਼ਰ ਦੇ ਵਚਨ ਦੀ ਸਚਾਈ ਦਾ ਨੂਰ। The light of God's word. ਪਰਮੇਸ਼ਰ ਦੇ ਵਚਨ ਦਾ ਨੂਰ। The light of eternal life. ਸੰਦੀਪਕ- Light of Christ, the truth. ਸੰਦੀਪਕ ਜ਼ਿੰਦਗੀ ਦੀ ਰੋਸ਼ਨੀ ਜਿਹੜੀ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੀ ਮੁਕਤੀ ਬਾਰੇ ਦੱਸਦੀ ਆ। And just as physical light exposes darkness, ਜਿਸ ਤਰ੍ਹਾਂ ਜਿਸਮਾਨੀ ਨੂਰ ਹਨੇਰੇ ਨੂੰ ਦੂਰ ਕਰਦਾ ਹੈਗਾ, Christ and his truth exposes sin. ਇਸੇ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਦਾ ਨੂਰ ਜਿਹੜਾ ਹੈਗਾ ਉਹ ਪਾਪ ਨੂੰ ਗਾੜਦਾ ਹੈਗਾ, ਪਾਪ ਨੂੰ ਦੂਰ ਕਰਦਾ। It's like being in a dark room full of clutter. ਹਨੇਰੇ ਕਮਰੇ ਵਿੱਚ ਵੜਨਾ ਜਿੱਥੇ ਕਿ ਬਹੁਤ ਸਾਰਾ ਗੰਦ ਪਿਆ ਹੈਗਾ। We can't see the clutter. ਸਾਨੂੰ ਦੱਸਦਾ ਨਹੀਂ ਕਿੰਨਾ ਖਲਾਰਾ ਹੈਗਾ ਕਮਰੇ This ਵਿੱਚ। is like our lives full of sin. ਸਾਡੀ ਜ਼ਿੰਦਗੀ ਪਾਪ ਨਾਲ ਭਰੀ ਹੋਈ ਆ। Because we're in the dark, we can't see it. ਅਸੀਂ ਹਨੇਰੇ ਚ ਹੈ ਕਿ ਸਾਨੂੰ ਦਿਖਾਈ ਨਹੀਂ ਦਿੰਦਾ। But the light of the world, Jesus Christ, ਪਰ ਦੁਨੀਆ ਦਾ ਨੂਰ, ਜਗਤ ਦਾ ਨੂਰ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ, his life, his truth,
ਉਹਦੀ ਜ਼ਿੰਦਗੀ, ਉਹਦੀ ਰੋਸ਼ਨੀ, ਉਹਦੀ ਸਚਾਈ exposes our sin. ਉਹ ਸਾਡੇ ਪਾਪ ਨੂੰ ਉਗਾੜ ਕੇ ਰੱਖ ਦਿੰਦੀ ਆ। Without Christ, we are lost. ਪ੍ਰਭੂ ਯੀਸ਼ੂ ਮਸੀਹ ਦੇ ਬਗੈਰ ਅਸੀਂ ਗੁਆਚੇ ਹੋਏ ਆ। Without Christ, people are without hope. ਪ੍ਰਭੂ ਤੋਂ ਬਗੈਰ ਲੋਕੀ ਬੇਆਸ ਹੈਗੇ ਆ। The world is in darkness. ਦੁਨੀਆ ਹਨੇਰੇ ਵਿੱਚ ਆ, It's trapped. ਫਸੀ ਹੋਈ ਆ। It cannot get out. ਦੁਨੀਆ ਬਾਹਰ ਨਿਕਲ ਨਹੀਂ ਸਕਦੀ, ਆਜ਼ਾਦ ਨਹੀਂ ਹੋ ਸਕਦੀ। No doubt you will have heard of the death of Diego Maradona. ਬੇਸ਼ੱਕ ਤੁਸੀਂ ਸੁਣਿਆ ਹੋਣਾ ਕਿ ਡਿਏਗੋ ਮੈਰਾਡੋਨਾ ਜਿਹੜਾ ਫੁੱਟਬਾਲਰ ਸੀਗਾ ਉਹ ਮਰ ਗਿਆ। He was an Argentinian footballer. ਅਰਜਨਟੀਨ ਦੇ ਲਈ ਖਿਡਾਰੀ ਸੀਗਾ ਫੁੱਟਬਾਲ ਦਾ। If you're an Indian in India, ਜੇ ਤੁਸੀਂ ਹਿੰਦੁਸਤਾਨੀ ਹੈਗੇ ਇੰਡੀਆ 'ਚ ਰਹਿੰਦੇ ਆ, you may not have heard of him ਹੋ ਸਕਦਾ ਤੁਸੀਂ ਨਾ ਸੁਣਿਆ ਹੋਵੇ, because you love your cricket and roti and rice and spiced tea. ਤੁਸੀਂ ਕ੍ਰਿਕਟ ਪਸੰਦ ਕਰਦੇ ਆ, ਰੋਟੀ ਦਾਲ ਰੋਟੀ ਪਸੰਦ ਕਰਦੇ ਆ, ਮਸਾਲੇ ਵਾਲੀ ਚਾਹ ਪਸੰਦ ਕਰਦੇ ਆ। But he was like the Sachin Tendulkar of football. ਪਰ ਮੈਰਾਡੋਨਾ ਜਿਹੜਾ ਸੀਗਾ ਉਹ ਸਚਿਨ ਤੰਦੁਲਕਰ ਜਿਹਦਾ ਕ੍ਰਿਕਟ ਦੇ ਲਈ ਹੈਗਾ, ਇਹ ਸੀਗਾ ਫੁੱਟਬਾਲ ਦੇ ਲਈ। They set 3 days aside in Argentina for public mourning, and his coffin was laid on display at the presidential palace. ਉਹ ਜਦੋਂ ਮਰਿਆ ਤਾਂ 3 ਦਿਨ ਉਹਨਾਂ ਨੇ ਸਾਰਾ ਕੁਝ ਬੰਦ ਕਰਕੇ ਸ਼ੋਕ ਮਨਾਇਆ, ਜਿਹੜਾ ਪ੍ਰਾਈਮ ਮਿਨਿਸਟਰ ਦੇ ਮਹਿਲ ਦੇ ਵਿੱਚ ਉਹਦਾ ਕੋਫਿਨ ਰੱਖਿਆ ਤਾਂ ਕਿ ਲੋਕੀ ਉਹਨੂੰ ਦੇਖ ਸਕਣ। Because he's so revered in Argentina. ਅਰਜਨਟੀਨਾ ਵਿੱਚ ਲੋਕੀ ਉਹਦਾ ਬਹੁਤ ਆਦਰ ਕਰਦੇ ਸੀਗੇ ਮੈਰਾਡੋਨਾ ਦਾ। But I remember seeing Maradona when I was young. I remember seeing him in his prime as a footballer. ਭਾਈ ਜੋ ਜਦੋਂ ਜਵਾਨ ਸੀਗੇ, ਬਹੁਤ ਦੇਰ ਦੀ ਗੱਲ ਆ, ਕਹਿੰਦੇ ਮੈਨੂੰ ਯਾਦ ਹੈ ਕਿ ਮੈਂ ਮੈਰਾਡੋਨਾ ਨੂੰ ਦੇਖਿਆ ਜਦੋਂ ਬਹੁਤ ਜਵਾਨ ਸੀਗਾ ਉਹ ਵੀ। And in my estimation, ਭਾਈ ਮੇਰੀ ਸੋਚ ਵਿੱਚ Maradona at his peak was the best footballer to have ever lived. ਮੈਰਾਡੋਨਾ ਜਦੋਂ ਜਵਾਨ ਸੀਗਾ ਤਾਂ ਅਸੀਂ ਕਹਿ ਸਕਦੇ ਹਾਂ ਬੇਸ਼ੱਕ ਕਿ ਉਹ ਦੁਨੀਆ ਦਾ ਸਭ ਤੋਂ ਬਿਹਤਰੀਨ ਖਿਡਾਰੀ ਸੀਗਾ ਫੁੱਟਬਾਲ ਦਾ। I think he was better than Pele at his peak. ਪਹਿਲੇ ਨਾਲੋਂ ਵੀ ਚੰਗਾ ਸੀਗਾ। And Messi and Ronaldo, who you have these days. ਮੈਸੀ ਨਾਲੋਂ ਰੋਨਾਲਡੋ ਜਿਹੜੇ ਅੱਜ ਕੱਲ੍ਹ ਹੈਗੇ ਇਹਨਾਂ ਨਾਲੋਂ ਬਹੁਤ ਚੰਗਾ ਸੀਗਾ ਫੁੱਟਬਾਲਰ ਉਹ। When he came on the scene, ਜਦੋਂ ਆਉਂਦਾ ਸੀਗਾ ਖੇਲਣ ਨੂੰ, no one had seen anything like him. ਕਿਸੇ ਨੇ ਦੇਖਿਆ ਸੀ ਉਹਦੇ ਵਰਗੇ ਬੰਦੇ ਨੂੰ। His skills, ਬਹੁਤ ਕਾਰੀਗਰ ਸੀਗਾ। his ability to control and possess the ball, ਕਿੱਦਾਂ ਫੁੱਟਬਾਲ ਨੂੰ ਫੁੱਟਬਾਲ ਕਿੱਦਾਂ ਖੇਲਦਾ ਸੀਗਾ, ਕਿੱਦਾਂ ਚਲਾਉਂਦਾ ਸੀਗਾ, to dribble past players. ਕਿੱਦਾਂ ਬੋਲ ਲੈ ਕੇ ਦੌੜਦਾ ਸੀਗਾ। He was a genius ਬਹੁਤ ਕਾਰੀਗਰ ਸੀਗਾ। who entertained crowds. ਬਹੁਤ ਲੋਕਾਂ ਦਾ ਮਨੋਰੰਜਨ ਕਰਦਾ ਸੀਗਾ। And the 1986 World Cup, 1986 ਦਾ ਜਦੋਂ ਦੁਨੀਆ ਦਾ ਕੱਪ ਹੋਇਆ, really he won single-handedly as he played for Argentina, because the rest of the team were not that good. It was him ਅਸੀਂ who ਕਹਿ ਸਕਦੇ really won it for them. ਕਿ ਇਕੱਲੇ ਬੰਦੇ ਨੇ ਕੱਪ ਜਿੱਤਿਆ, ਕਿਉਂਕਿ ਜਿਹੜੇ ਬਾਕੀ ਦੇ ਖਿਡਾਰੀ ਸੀਗੇ ਉਹ ਇੰਨੇ ਚੰਗੇ ਨਹੀਂ ਸੀਗੇ। ਇਹ ਮੈਰਾਡੋਨਾ ਇਹ ਸਭ ਤੋਂ ਬਿਹਤਰੀਨ ਸੀਗਾ। But although he was a genius on ਬੇਸ਼ੱਕ the ਉਹ ਬਹੁਤ pitch, ਕਾਰੀਗਰ ਸੀਗਾ ਖੇਲਣ ਦੇ ਵਿੱਚ, at the same time his life was a mess. ਪਰ ਉਸ ਵੇਲੇ ਉਹਦੀ ਜ਼ਿੰਦਗੀ ਜਿਹੜੀ ਸੀਗੀ ਬਹੁਤ ਖਰਾਬ ਸੀਗੀ। He was addicted to drugs. ਨਸ਼ੇ ਵਿੱਚ ਫਸਿਆ ਸੀਗਾ ਉਹ। He had affairs outside wedlock. ਵਿਆਹ ਤੋਂ ਬਾਹਰ ਹੀ ਉਹਦੇ ਬਹੁਤ ਚੱਕਰ ਸੀਗੇ। He fathered many children outside marriage. He was then divorced. ਸ਼ਾਦੀ ਤੋਂ ਬਾਹਰ ਉਹਦੇ ਬਹੁਤ ਸਾਰੇ ਬੱਚੇ ਸੀਗੇ। ਉਹਦਾ ਤਲਾਕ ਵੀ ਕਈ ਦਫਾ ਹੋਇਆ। He was addicted to parties and drink and drugs and women. ਪਾਰਟੀਆਂ ਬਹੁਤ ਕਰਦਾ ਸੀਗਾ, ਨਸ਼ੇਬਾਜ਼ੀ ਕਰਦਾ ਸੀਗਾ, ਸ਼ਰਾਬਾਂ ਪੀਂਦਾ ਸੀਗਾ, ਤੀਵੀਆਂ ਦਾ ਰਸ਼ ਸੀਗਾ ਉਹਨੂੰ। He had links with the mafia when he played in Italy. ਮਾਫੀਆ ਦੇ ਨਾਲ ਉਹਦੇ ਤਾਲੁਕਾਤ ਸੀਗੇ ਜਦੋਂ ਇਟਲੀ ਖੇਲਦਾ ਸੀਗਾ। He was involved with prostitutes. ਔਰ ਬਹੁਤ ਸਾਰੇ ਪੁੱਠੇ ਕੰਮ ਕਰਦਾ ਸੀਗਾ, ਉਹ ਰੰਡੀਪਣਾ ਕਰਦਾ ਸੀਗਾ। And he struggled with obesity and health issues. ਮੋਟਾ ਵੀ ਬਹੁਤ ਹੋ ਗਿਆ ਸੀਗਾ ਔਰ ਉਹਦੀ ਸਿਹਤ ਵੀ ਖਰਾਬ ਹੋ ਗਈ ਸੀਗੀ। He was a genius and a villain at the same time. ਇੱਕ ਪਾਸੇ ਕਹਿ ਸਕਦੇ ਕਿ ਉਹ ਸਾਧ ਬੰਦਾ ਸੀਗਾ, ਦੂਸਰੇ ਪਾਸੇ ਕਹਿ ਸਕਦੇ ਕਿ ਉਹ ਸ਼ੈਤਾਨ ਸੀਗਾ। Isn't this what the whole of humanity is like? ਕਿ ਇਨਸਾਨੀਅਤ ਏਦਾਂ ਦੀ ਨਹੀਂ ਹੈਗੀ। Although it's more outward and evident in Maradona, ਪਰ ਮੈਰਾਡੋਨਾ ਦੀ ਤਾਂ ਜ਼ਿੰਦਗੀ ਸਾਨੂੰ ਦਿਖਾਈ ਦਿੰਦੀ ਕਿਦਾਂ ਦਾ ਸੀਗਾ। we are made in the image of God. ਅਸੀਂ ਪਰਮੇਸ਼ਰ ਦੇ ਸਰੂਪ ਦੇ ਵਿੱਚ ਬਣਾਏ ਗਏ ਹਾਂ। And there are times when we could be geniuses as human beings. ਵਕਤ ਹੈਗਾ ਜਦੋਂ ਅਸੀਂ ਵੀ ਇਨਸਾਨ ਹੋ ਕੇ ਅਸੀਂ ਵੀ ਬਹੁਤ ਕਾਰੀਗਰ ਬੰਦੇ ਹੈਗੇ ਹਾਂ। Look at scientists. ਸਾਇੰਸਦਾਨ ਦੇਖੋ, They've worked so hard and prepared a vaccine within months. ਕਿੰਨੀ ਮਿਹਨਤ ਕੀਤੀ ਸਾਇੰਟਿਸਟ ਲੋਕਾਂ ਨੇ ਕਿ ਮਹੀਨੇ ਵਿੱਚ ਉਹਨਾਂ ਨੇ ਦਵਾਈ ਪੈਦਾ ਕੀਤੀ ਹੈਗੀ ਆ ਕੋਵਿਡ ਦੀ, By putting their brains together. ਆਪਣੇ ਦਿਮਾਗ ਲੜਾ ਕੇ।
Man is a genius. He's able to achieve great things. ਇਨਸਾਨ ਬਹੁਤ ਮਾਹਿਰ ਬੰਦਾ ਹੈਗਾ, ਜੇ ਆਪਣੀ ਕੋਸ਼ਿਸ਼ ਕਰੇ ਤਾਂ ਬਹੁਤ ਕੁਝ ਹਾਸਲ ਕਰ ਸਕਦਾ। Man has propelled people into space. ਆਦਮੀ ਨੇ ਕੀ ਕੀਤਾ, ਰਾਕਟ ਬਣਾ ਕੇ ਅਸਮਾਨਾਂ ਵਿੱਚ ਅੰਬਰਾਂ ਵਿੱਚ ਚਲ ਗਏ ਹੈਗੇ ਆ। Man is able to produce electric cars and sophisticated gadgets. ਬਿਜਲੀ ਦੀ ਗੱਡੀਆਂ ਬਣਾ ਸਕਦਾ ਹੈਗਾ ਬੰਦਾ, ਔਰ ਉਹ ਚੀਜ਼ਾਂ ਬਣਾ ਸਕਦਾ ਜਿਹੜੀਆਂ ਕਿ ਬਹੁਤ ਬਰੀਕੀ ਦੀ ਹੈਗੀਆਂ। Given the right conditions, we are able to do great things. ਸਾਨੂੰ ਜੇ ਹਾਲਾਤ ਸਾਡੇ ਸਹੀ ਹੋਣ ਨਾ ਤੇ ਇਨਸਾਨ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਸਕਦਾ। But at the same time, ਪਰ ਨਾਲ ਲੱਗਦਾ in our private lives, we can be villains. ਜ਼ਿੰਦਗੀ ਵਿੱਚ ਅਸੀਂ ਸਭ ਤੋਂ ਮਾੜੇ ਬੰਦੇ ਹੋ ਸਕਦੇ ਹੈਗੇ ਆ। Scientists could do marvelous things, but their marriages can be a mess. ਸਾਇੰਟਿਸਟ ਲੋਕਾਂ ਦੀ ਭਾਵੇਂ ਜਾਨ ਬਚਾਉਂਦੇ ਹੈਗੇ ਆ, ਪਰ ਆਪਣੀ ਵਿਆਹ ਸ਼ਾਦੀ ਜਿਹੜੀ ਹੈਗੀਆਂ ਉਹ ਟੁੱਟੀਆਂ ਹੋ ਸਕਦੀਆਂ। You could be a prime minister or a president. ਤੁਸੀਂ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਹੋ ਸਕਦੇ ਹੈਗੇ ਆ। Governing a whole country, you could be the most powerful man on the earth. ਤੁਸੀਂ ਸਾਰੇ ਮੁਲਕ ਨੂੰ ਚਲਾਉਂਦੇ ਹੈਗੇ, ਤੁਸੀਂ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਹੋ ਸਕਦੇ ਹੈਗੇ ਆ। But you can't govern your own home. ਪਰ ਆਪਣਾ ਘਰ ਸਾਡੇ ਕੋਲ ਚੱਲਦਾ ਨਹੀਂ ਹੈਗਾ। Like Bill Clinton, who had an affair, and President Kennedy, who had an affair. ਬਿਲ ਕਲਿੰਟਨ ਜਿਹੜਾ ਸੀਗਾ, ਪ੍ਰੈਜ਼ੀਡੈਂਟ ਕੈਨੇਡੀ ਸੀਗਾ, ਇਹਨਾਂ ਦੀ ਸ਼ਾਦੀ ਤੋਂ ਬਾਅਦ ਇਹਨਾਂ ਦੇ ਚੱਕਰ ਸੀਗੇ ਤੀਵੀਆਂ ਦੇ ਨਾਲ। All of us in different ways ਅਸੀਂ ਸਾਰੇ ਜਣੇ ਫਰਕ ਤਰੀਕਿਆਂ ਦੇ ਨਾਲ can be geniuses, ਅਸੀਂ ਬਹੁਤ ਦਿਮਾਗੀ ਹੋ ਸਕਦੇ ਹਾਂ। great at certain things, ਅਸੀਂ ਕਈ ਕੰਮਾਂ ਵਿੱਚ ਅਸੀਂ ਬਹੁਤ ਮਾਹਿਰ ਹੋ ਸਕਦੇ ਹਾਂ, because we are made in the image of God. ਕਿਉਂਕਿ ਅਸੀਂ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਹਾਂ। But before God, we could be failures. ਪ੍ਰਭੂ ਦੇ ਅੱਗੇ ਅਸੀਂ ਨਾਕਾਰੇ ਹਾਰੇ ਹੋਏ ਇਨਸਾਨ We ਹੈਗੇ, can be lost. We can be in the dark without hope. We can be villains, ਗਵਾਚੇ ਹੋਏ sinners. ਹਨੇਰੇ ਵਿੱਚ ਬੇਆਸ ਲੋਕੀ ਹੋ ਸਕਦੇ ਹਾਂ, And we can't see it. ਪਰ ਸਾਨੂੰ ਨਹੀਂ ਦਿਖਾਈ We ਦਿੰਦਾ। refuse to acknowledge it. ਅਸੀਂ ਕਹਿੰਦੇ ਮੈਂ ਨਹੀਂ। What do we need? ਕੀ ਚਾਹੀਦਾ We ਸਾਨੂੰ? need Christ. ਸਾਨੂੰ ਪ੍ਰਭੂ ਯਿਸੂ ਮਸੀਹ ਚਾਹੀਦਾ। We need Christ, the light of the world, ਪ੍ਰਭੂ ਯਿਸੂ ਮਸੀਹ ਜਿਹੜਾ ਜਗਤ ਦਾ ਨੂਰ ਹੈਗਾ, who exposes our darkness, ਪ੍ਰਭੂ ਯਿਸੂ ਮਸੀਹ ਜਿਹੜਾ ਸਾਡੇ ਦਿਲ ਦੇ ਹਨੇਰੇ ਨੂੰ ਉਗਾੜਦਾ, which we hide from others. ਜਿਹੜਾ ਅਸੀਂ ਲੋਕਾਂ ਤੋਂ ਲੁਕੋ ਕੇ ਰੱਖਦੇ ਹਾਂ। Through the light of God's truth, ਪਰਮੇਸ਼ਵਰ ਦੀ ਸਚਾਈ ਦੀ ਰੋਸ਼ਨੀ ਦੇ ਵਿੱਚ ਹੋ ਕੇ we're able to see the darkness ਅਸੀਂ ਦੇਖ ਸਕਦੇ ਹਾਂ ਹਨੇਰਾ ਕਿਦਾਂ ਦਾ ਹੁੰਦਾ। and hope ਆਸ ਮਿਲਦੀ ਸਾਨੂੰ, and forgiveness ਮਾਫੀ ਮਿਲਦੀ ਆ, and the possibility of coming out of the darkness and into the marvelous light. ਫਿਰ ਮੁਮਕਿਨ ਹੁੰਦਾ ਕਿ ਅਸੀਂ ਹਨੇਰੇ ਵਿੱਚੋਂ ਨਿਕਲ ਕੇ ਅਸੀਂ ਪਰਮੇਸ਼ਰ ਦੀ ਖੂਬਸੂਰਤ ਸੋਹਣੀ ਰੋਸ਼ਨੀ ਵਿੱਚ ਆ ਜਾਈਏ। Jesus said, I am the light of the world. ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ, I am God. I am the Messiah, ਮੈਂ ਪਰਮੇਸ਼ਰ ਹੈਗਾ, ਮੈਂ ਮਸੀਹ ਹੈਗਾ, who came to bring you out of darkness to expose your sin, ਜਿਹੜਾ ਆਇਆ ਤੁਹਾਨੂੰ ਹਨੇਰੇ ਚ ਕੱਢਣ ਨੂੰ, ਜਿਹੜਾ ਆਇਆ ਤੁਹਾਡੇ ਪਾਪ ਉਗਾੜ ਕੇ ਤੁਹਾਨੂੰ ਦਿਖਾਲਣ ਦੇ ਲਈ, so that you'll come to me for mercy. ਤਾਂ ਕਿ ਤੁਸੀਂ ਮੇਰੇ ਕੋਲ ਆ ਕੇ ਦਇਆ ਦੀ ਭੀਖ ਮੰਗੋ। I'm here to bring you out of slavery, out of the dungeon, to forgive you of your sin. ਪ੍ਰਭੂ ਕਹਿੰਦੇ ਕਿ ਮੈਂ ਤੁਹਾਨੂੰ ਗੁਲਾਮੀ ਵਿੱਚੋਂ ਕੱਢਣ ਆਇਆ ਹੈਗਾ, ਮੈਂ ਤੁਹਾਨੂੰ ਉਸ ਕੋਠੜੀ ਵਿੱਚੋਂ ਕੱਢਣ ਆਇਆ ਹੈਗਾ, ਮੈਂ ਤੁਹਾਨੂੰ ਤੁਹਾਡੇ ਪਾਪ ਮਾਫ ਕਰਨ ਆਇਆ ਹੈਗਾ। So firstly, ਪਹਿਲੀ ਗੱਲ we've seen why Jesus said, I am the light of the world. ਅਸੀਂ ਦੇਖਿਆ ਕਿ ਪ੍ਰਭੂ ਨੇ ਕਿਹਾ ਕਿ ਉਹ ਦੁਨੀਆ ਦੇ ਨੂਰ ਕਿਉਂ ਹੈਗੇ ਆ। Secondly, we've seen what he means by saying he's the light of the world. ਦੂਸਰੀ ਗੱਲ ਪ੍ਰਭੂ ਦਾ ਮਤਲਬ ਕਿਸ ਦਾ ਹੈ, ਉਹਨਾਂ ਨੇ ਜਦੋਂ ਕਿਹਾ ਕਿ ਜਗਤ ਦਾ ਨੂਰ ਹੈਗੇ ਉਹ। And finally, ਆਖਰ ਦੇ ਵਿੱਚ what does it mean for us when he says he is the light of the world? ਸਾਡੇ ਲਈ ਇਹਦਾ ਕੀ ਮਤਲਬ ਹੈਗਾ ਜਦੋਂ ਪ੍ਰਭੂ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। If you go back to John chapter 8, ਜੇ ਮੁੜ ਕੇ ਆਓ ਅਸੀਂ ਯੋਹੰਨਾ 8 ਦੇ ਵਿੱਚ verse 12, ਯੋਹੰਨਾ 8:12 ਦੇ ਵਿੱਚ he says this. ਪ੍ਰਭੂ ਕੀ ਲਿਖਿਆ? Then Jesus spoke to them again, saying, I am the light of the world. Then he says this, he who follows me shall not walk in darkness, but have the light of life. यीशु ने फिर उनसे मुखातब होकर कहा, दुनिया का नूर मैं हूँ, जो मेरी पैरवी करेगा वो अंधेरे में ना चलेगा बल्कि जिंदगी का नूर पाएगा। Jesus is saying, प्रभु यीशु मसीह फरमाते हैं, it's not the whole world who is in the light. सारी दुनिया रोशनी विच नहीं हैगी। It's not the whole world that is saved from darkness. सारी दुनिया नहीं हैगी है ਜਿਹੜੀ ਬਚਣਾ ਚਾਹੁੰਦੀ It's not everybody that's free from the prison cell. ਸਾਰੇ ਲੋਕ ਨਹੀਂ ਹੈਗੇ ਜਿਹੜੇ ਉਸ ਕਾਲ ਕੋਠੜੀ ਦੇ ਵਿੱਚੋਂ ਨਿਕਲ ਕੇ ਬਚਣਾ ਚਾਹੁੰਦੇ ਆ। He's saying some will be trapped forever.
ਪ੍ਰਭੂ ਕਹਿੰਦੇ ਕਈ ਹੈਗੇ ਜਿਹੜੇ ਹਮੇਸ਼ਾ ਦੇ ਲਈ ਫਸੇ ਰਹੋਗੇ ਉੱਥੇ। He says it's only those who follow me who will not walk in darkness. ਪ੍ਰਭੂ ਕਹਿੰਦੇ ਉਹ ਲੋਕੀ ਜਿਹੜੇ ਮੇਰੇ ਮਗਰ ਚੱਲੂਗੇ ਉਹ ਲੋਕੀ ਹਨੇਰੇ ਵਿੱਚ ਨਹੀਂ ਰਹੋਗੇ। If you want to see the darkness of your sin washed, cleansed, ਜੇ ਅਸੀਂ ਦੇਖਣਾ ਚਾਹੁੰਦੇ ਆ ਆਪਣੇ ਪਾਪਾਂ ਦਾ ਗੰਦਗੀ, ਆਪਣੇ ਪਾਪਾਂ ਦਾ ਹਨੇਰਾ ਧੁੱਲ ਕੇ ਸ਼ੁੱਧ ਕੀਤੇ ਜਾਣਾ, if you want to be free from the power of sin in your life, ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਾਪ ਦੀ ਤਾਕਤ ਤੋਂ ਆਜ਼ਾਦ ਹੋਣਾ ਚਾਹੁੰਦੇ ਆ, come to Christ. ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਵੋ। You have to come to the light. ਤੁਹਾਨੂੰ ਰੋਸ਼ਨੀ ਦੇ ਕੋਲ, ਨੂਰ ਦੇ ਕੋਲ ਆਉਣਾ ਪੈਣਾ। But this is humanity's problem. ਪਰ ਆਹੀ ਇਨਸਾਨੀਅਤ ਦੀ ਮੁਸ਼ਕਲ ਆ, People don't want to come. ਲੋਕੀ ਨਹੀਂ ਆਉਣਾ ਚਾਹੁੰਦੇ। Because John chapter 3 verse 19 there Jesus says the light has come into the world. ਯੋਹੰਨਾ 3:19 ਕੀ ਲਿਖਿਆ? ਪ੍ਰਭੂ ਨੇ ਕਿਹਾ ਕਿ ਜਗਤ ਦਾ ਨੂਰ ਦੁਨੀਆ ਵਿੱਚ ਆਇਆ, But men love darkness rather than light because their deeds were evil. ਪਰ ਲੋਕੀ ਹਨੇਰੇ ਨੂੰ ਰੋਸ਼ਨੀ ਨਾਲ ਜ਼ਿਆਦਾ ਪਸੰਦ ਕਰਦੇ। ਕਿਉਂ? ਕਿਉਂਕਿ ਉਹਨਾਂ ਦੇ ਜਿਹੜੇ ਪਾਪ ਹੈਗੇ ਆ ਇਹ ਘਿਨਾਉਣੇ ਆ। Why won't some of you come? ਕਿਉਂ ਤੁਸੀਂ ਲੋਕੀ ਨਹੀਂ ਆਉਂਦੇ ਹੈਗੇ ਪ੍ਰਭੂ ਦੇ ਕੋਲ? What is stopping you ਕਿਹੜੀ ਚੀਜ਼ ਤੁਹਾਨੂੰ ਰੋਕਦੀ ਹੈਗੀ ਆ at this moment in time? ਇਸ ਵੇਲੇ? ਕਿਹੜੀ ਚੀਜ਼ ਤੁਹਾਨੂੰ ਰੋਕਦੀ ਆ? It's because you love darkness rather than the light and you ਇਸ ਕਰਕੇ reject the light. ਇਸ ਕਰਕੇ ਤੁਸੀਂ ਹਨੇਰੇ ਨੂੰ, ਆਪਣੇ ਪਾਪ ਨੂੰ ਜ਼ਿਆਦਾ ਪਸੰਦ ਕਰਦੇ ਆ ਪ੍ਰਭੂ ਯੀਸ਼ੂ ਮਸੀਹ ਦੀ ਰੋਸ਼ਨੀ ਦੇ ਵਿੱਚ You ਆਉਣ love ਦੇ your ਨਾਲੋਂ। sin too much more than Christ. ਤੁਸੀਂ ਆਪਣੇ ਪਾਪ ਨੂੰ ਪ੍ਰਭੂ ਯੀਸ਼ੂ ਮਸੀਹ ਤੋਂ ਜ਼ਿਆਦਾ ਪਿਆਰ ਕਰਦੇ ਆ। Just imagine this girl Elizabeth. ਸੋਚੋ ਇਸ ਬੱਚੀ ਐਲਿਜ਼ਬeth ਦੇ ਬਾਰੇ। When she had the opportunity to be set free, ਜਦੋਂ ਉਹਨੂੰ ਮੌਕਾ ਮਿਲਿਆ ਆਜ਼ਾਦ ਹੋਣ ਦਾ, just imagine if she said, I don't want freedom. ਉਹ ਜੇ ਕਹਿੰਦੀ ਕਿ ਵੀ ਮੈਨੂੰ ਨਹੀਂ ਆਜ਼ਾਦੀ ਚਾਹੀਦੀ ਹੈਗੀ, I want to stay in the dark dungeon. ਮੈਂ ਤੇ ਉਸ ਹੀ ਕਾਲ ਕੋਠੜੀ ਵਿੱਚ ਰਹਿਣਾ ਚਾਹੁੰਦੀ ਹੈਗੀ ਆ, I want to stay in the dark. ਮੈਂ ਤਾਂ ਉੱਥੇ ਰਹਿਣਾ ਚਾਹੁੰਦੀ ਹਨੇਰੇ ਵਿੱਚ। And the emptiness and the hopelessness. ਉਹ ਖਾਲੀਪਨ, ਉਹ ਮਾਯੂਸੀ ਵਿੱਚ ਮੈਂ ਰਹਿਣਾ ਚਾਹੁੰਦੀ ਆ। But that's exactly what we are doing. ਅਸੀਂ ਵੀ ਬਿਲਕੁਲ ਆਹੀ ਕਰਦੇ ਆ, ਕੋਈ ਫਰਕ ਨਹੀਂ ਹੈਗਾ। Christ gives you a chance ਪ੍ਰਭੂ ਯੀਸ਼ੂ ਮਸੀਹ ਸਾਨੂੰ ਮੌਕਾ ਦਿੰਦੇ ਆ। to be set free, ਪ੍ਰਭੂ ਕਹਿੰਦੇ ਆ ਮੈਂ ਤੁਹਾਨੂੰ ਆਜ਼ਾਦ ਕਰਦਾ। to come out of sin, the dungeon. ਪ੍ਰਭੂ ਕਹਿੰਦੇ ਕਿ ਤੁਸੀਂ ਆਪਣੇ ਪਾਪ ਦੇ ਵਿੱਚੋਂ, ਉਸ ਕਾਲ ਕੋਠੜੀ ਵਿੱਚੋਂ, ਹਨੇਰੇ ਵਿੱਚੋਂ ਬਾਹਰ ਨਿਕਲ ਕੇ ਆ ਜਾਓ। But you say no. ਪਰ ਤੁਸੀਂ ਕਹਿੰਦੇ ਨਹੀਂ, ਮੈਂ ਨਹੀਂ I ਆਉਣਾ, want to stay there. ਮੈਂ ਤਾਂ ਇੱਥੇ ਹੀ ਰਹਿਣਾ ਚਾਹੁੰਦਾ। How foolish. ਕਿੰਨੀ ਵੱਡੀ ਮੂਰਖਤਾ ਹੈ, ਕਿੰਨੀ ਵੱਡੀ ਬੇਵਕੂਫੀ ਆ। How ridiculous we are that we want to stay in there and end up in hell and failure. ਕਿੰਨੀ ਬੇਵਕੂਫੀ ਹੈ ਕਿ ਅਸੀਂ ਉੱਥੇ ਹੀ ਰਹਿਣਾ ਚਾਹੁੰਦੇ ਆ, ਅਸੀਂ ਨਰਕ ਜਾਣਾ ਪਸੰਦ ਕਰਦੇ ਆ ਉੱਥੋਂ ਨਿਕਲਦੇ ਬਜਾਏ। Come to Christ. ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਵੋ। Just like the Jews followed the light in the wilderness ਯਹੂਦੀ ਜਿੱਦਾਂ ਬਿਆਬਾਨ ਦੇ ਵਿੱਚ ਉਸ ਰੋਸ਼ਨੀ ਮਗਰ ਚੱਲਦੇ ਸੀਗੇ, that took them to the promised land. ਉਹ ਰੋਸ਼ਨੀ ਉਹਨਾਂ ਨੂੰ ਵਾਅਦੇ ਵਾਲੇ ਮੁਲਕ 'ਚ ਲੈ ਗਈ। Believe Christ. ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਭਰੋਸਾ ਰੱਖੋ। Believe his promise of salvation. ਮੁਕਤੀ ਦਾ ਵਾਅਦਾ ਜਿਹੜਾ ਪ੍ਰਭੂ ਨੇ ਦਿੱਤਾ ਹੈਗਾ ਉਹ 'ਚ ਭਰੋਸਾ ਰੱਖੋ। Believe he can take you to the promised land. ਸੋਚੋ ਔਰ ਯਾਦ ਕਰੋ ਔਰ ਵਿਸ਼ਵਾਸ ਕਰੋ ਕਿ ਪ੍ਰਭੂ ਕਹਿੰਦਾ ਕਿ ਮੈਂ ਤੁਹਾਨੂੰ ਵਾਅਦੇ ਵਾਲੇ ਮੁਲਕ 'ਚ ਲੈ ਕੇ ਜਾਊਂਗਾ। But you need to repent. You need to come to Christ and believe that he died for you. ਸਾਨੂੰ ਕੀ ਕਰਨਾ? ਸਿਰਫ ਇੰਨਾ ਕਰਨਾ ਹੈ ਕਿ ਅਸੀਂ ਤੌਬਾ ਕਰਨੀ ਆ, ਵਿਸ਼ਵਾਸ ਕਰਨਾ ਕਿ ਪ੍ਰਭੂ ਯੀਸ਼ੂ ਮਸੀਹ ਮੈਨੂੰ ਸਵਰਗ ਲੈ ਕੇ ਜਾ ਸਕਦਾ। Without natural light, ਆਮ ਰੋਸ਼ਨੀ ਤੋਂ ਬਗੈਰ we can't live. ਅਸੀਂ ਨਹੀਂ ਜੀ ਸਕਦੇ। Without the light of the sun, ਸੂਰਜ ਦੀ ਰੋਸ਼ਨੀ ਤੋਂ ਬਗੈਰ there'd be no plants. ਕੋਈ ਪੌਦੇ ਨਹੀਂ ਉਗਣੇ, There'd be no heat. ਕੋਈ ਗਰਮੀ ਨਹੀਂ ਹੋਣੀ, We wouldn't have the right temperature to survive. ਵਾਤਾਵਰਣ ਜਿਹੜਾ ਹੈਗਾ, ਤਾਪਮਾਨ ਜਿਹੜਾ ਹੈਗਾ ਉਹ ਨਹੀਂ ਹੋਣਾ ਹੈਗਾ। Without Christ, the light of the world, ਪ੍ਰਭੂ ਯੀਸ਼ੂ ਮਸੀਹ ਜਿਹੜਾ ਜਗਤ ਦਾ ਨੂਰ ਹੈਗਾ ਉਹ ਤੋਂ ਬਗੈਰ there is no spiritual life. ਕੋਈ ਰੂਹਾਨੀ ਜ਼ਿੰਦਗੀ ਨਹੀਂ ਹੈਗੀ। Jesus said, he who comes to me ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਿਹੜਾ ਕੋਈ ਮੇਰੇ ਕੋਲ ਆਉਂਦਾ shall never walk in the darkness. ਉਹ ਕਦੇ ਵੀ ਹਨੇਰੇ ਵਿੱਚ ਮੁੜ ਕੇ ਨਹੀਂ ਚੱਲੂਗਾ। Come to Christ. ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਵੋ। He will change your heart ਪ੍ਰਭੂ ਤੁਹਾਡੇ ਦਿਲਾਂ ਨੂੰ ਬਦਲੂਗਾ। through the new birth. ਪ੍ਰਭੂ ਤੁਹਾਨੂੰ ਨਵਾਂ ਜਨਮ ਦੇਊਗਾ। He will give you spiritual life. ਪ੍ਰਭੂ ਤੁਹਾਨੂੰ ਰੂਹਾਨੀ ਜ਼ਿੰਦਗੀ ਬਖਸ਼ੂਗਾ। And you'll have the assurance of salvation. ਤੁਹਾਨੂੰ ਪੱਕਾ ਯਕੀਨ ਹੋਊਗਾ ਕਿ ਮੁਕਤੀ ਮੇਰੀ ਆ। And you won't want to follow sin. You won't want to follow the darkness. ਫਿਰ ਤੁਸੀਂ ਪਾਪ ਦੇ ਮਗਰ ਨਹੀਂ ਚੱਲੋਗੇ, ਫਿਰ ਤੁਸੀਂ ਰੋਸ਼ਨੀ ਵਿੱਚ ਰਹਿਣਾ ਨਹੀਂ ਪਸੰਦ ਕਰੋਗੇ। That won't be your underlying desire. ਫਿਰ ਤੁਹਾਡੀ ਇੱਛਾ ਨਹੀਂ ਹੋਊਗੀ ਕਿ ਮੈਂ ਇੱਥੇ ਰਹਿਣਾ। You'll want to follow Christ. ਤੁਸੀਂ ਮਸੀਹ ਦੇ ਮਗਰ And if ਚੱਲੋਗੇ। you do sin,
ਤੁਸੀਂ ਪਾਪ ਨਹੀਂ ਕਰੋਗੇ? Because we're still sinners. ਅਸੀਂ ਪਾਪ ਕਰਦੇ ਕਿਉਂਕਿ ਸਾਡਾ ਦਿਲ ਕਰਦਾ ਪਾਪ ਕਰਨ ਨੂੰ। We'll feel the pain of it ਅਸੀਂ ਉਹਦਾ ਦਰਦ ਮਹਿਸੂਸ ਕਰਦੇ ਹਾਂ ਪਾਪ ਦਾ, and we'll confess it, ਉਹਦਾ ਇਕਰਾਰ ਕਰੋ, but we'll want to remain close to Christ. ਪਰ ਅਸੀਂ ਮਸੀਹ ਦੇ ਕੋਲ ਉਹਦੇ ਕਰੀਬ ਰਹਿਣਾ ਪਸੰਦ ਕਰਾਂਗੇ। He'll give us the strength and the power to overcome our sin and follow Him. ਪ੍ਰਭੂ ਸਾਨੂੰ ਤਾਕਤ ਦਊਗਾ ਕਿ ਅਸੀਂ ਉਹ ਪਾਪ ਉੱਤੇ ਜਿੱਤ ਪਾ ਕੇ ਅਸੀਂ ਮਸੀਹ ਦੇ ਮਗਰ ਚੱਲਣ ਦੀ ਤੌਫੀਕ ਬਖਸ਼ੂਗਾ। This is what it means when it says, you will not walk in darkness. ਇਹ ਮਤਲਬ ਹੈਗਾ ਜਦੋਂ ਲਿਖਿਆ ਕਿ ਤੁਸੀਂ ਫਿਰ ਹਨੇਰੇ ਵਿੱਚ ਨਹੀਂ ਚੱਲੋਗੇ। But it says you will have the light of life. ਠੀਕ ਹੈ ਕਿ ਜ਼ਿੰਦਗੀ ਦੇ ਨੂਰ, ਜ਼ਿੰਦਗੀ ਦੀ ਰੋਸ਼ਨੀ ਤੁਹਾਨੂੰ ਮਿਲੂਗੀ। Did you know that the moon has no light of its own? ਤੁਹਾਨੂੰ ਪਤਾ ਕਿ ਚੰਦਰਮਾ ਜਿਹੜਾ ਹੈਗਾ ਚੰਦ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈਗੀ। The light from the moon is what is reflected from the sun. ਚੰਦਰਮਾ ਦੀ ਰੋਸ਼ਨੀ ਜਿਹੜੀ ਹੈਗੀ ਉਹੀ ਆ ਜਿਹੜਾ ਸੂਰਜ ਦਾ ਪਰਛਾਵਾਂ ਉੱਤੇ ਪੈਂਦਾ ਹੈਗਾ। If we come to Christ, ਅਸੀਂ ਜੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਵਾਂਗੇ, we will reflect His light in our lives. ਅਸੀਂ ਪਰਮੇਸ਼ਰ ਦੀ ਰੋਸ਼ਨੀ ਲੋਕਾਂ ਨੂੰ ਦਿਖਾਵਾਂਗੇ, His character, His good deeds. ਉਹਦਾ ਸੁਭਾਅ, ਉਹਦੇ ਅੱਛੇ ਕੰਮ। We will have the light of life. ਜੀਵਨ ਦੀ ਰੋਸ਼ਨੀ ਸਾਨੂੰ ਬਖਸ਼ੀ ਜਾਊਗੀ And He'll keep us to the end. ਔਰ ਪ੍ਰਭੂ ਸਾਨੂੰ ਅੰਤ ਤੱਕ He ਸੰਭਾਲ ਕੇ will take ਰੱਖੂਗਾ, us to the promised land. ਸਾਨੂੰ ਵਾਅਦੇ ਵਾਲੇ ਮੁਲਕ ਵਿੱਚ ਲੈ ਕੇ ਜਾਊਗਾ। Just like the pillar of fire with the Jews. ਯਹੂਦੀਆਂ ਦੇ ਲਈ ਜਿੱਦਾਂ ਅੱਗ ਦਾ ਥੰਮ ਸੀਗਾ ਰਾਤ ਦੇ ਵੇਲੇ, And we will have eternal life. ਸਦੀਵਕ ਜੀਵਨ ਸਾਨੂੰ ਬਖਸ਼ਿਆ ਜਾਊਗਾ। Let me urge you this morning. ਅੱਜ ਸਵੇਰੇ ਅਸੀਂ ਤੁਹਾਡੀ ਮਿਹਨਤ ਕਰਦੇ ਹਾਂ, ਦਰਖਾਸਤ ਕਰਦੇ ਹਾਂ, Come. ਆਓ Come to Christ. ਆਓ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ। Speak to a Christian today. ਅੱਜ ਕਿਸੇ ਵਿਸ਼ਵਾਸੀ ਦੇ ਨਾਲ ਗੱਲ ਕਰੋ, Ask them, what do I need to do to be saved? ਉਹਨਾਂ ਨੂੰ ਪੁੱਛੋ ਕਿ ਮੈਂ ਕੀ ਕਰਾਂ ਕਿ ਮੈਂ ਬਚਾਇਆ ਜਾਵਾਂ। Say, I want to come to the light. ਕਹੋ ਤੁਸੀਂ ਕਿ ਮੈਂ ਉਸ ਸੋਹਣੀ ਰੋਸ਼ਨੀ ਦੇ ਵਿੱਚ ਆਉਣਾ ਚਾਹੁੰਦਾ। I've been in a dark dungeon ਮੈਂ ਹਨੇਰੀ ਕਾਲ ਕੋਠੜੀ ਵਿੱਚ ਬਹੁਤ ਚਿਰ ਤੋਂ ਪਿਆ ਹੈਗਾ, all my life. ਸਾਰੀ ਉਮਰ। I want to come out of that darkness, the darkness of sin, ਹੁਣ ਮੈਂ ਉਸ ਪਾਪ ਦੇ ਹਨੇਰੇ ਵਿੱਚੋਂ ਬਾਹਰ ਨਿਕਲ ਕੇ ਆਉਣਾ ਚਾਹੁੰਦਾ ਹੈਗਾ, to the freedom and the fresh air and the new life in Christ. ਆਜ਼ਾਦੀ ਵਿੱਚ, ਖੁੱਲੀ ਹਵਾ ਦੇ ਵਿੱਚ, ਰੋਸ਼ਨੀ ਦੇ ਵਿੱਚ ਆਉਣਾ ਚਾਹੁੰਦਾ। Come today. ਅੱਜ ਆਵੋ। Jesus said, I am the light of the world. ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਗਤ ਦਾ ਨੂਰ ਮੈਂ ਹੈਗਾ। I am the Messiah. I am God. I am the pillar in the wilderness, the pillar of fire. ਮੈਂ ਮਸੀਹ ਹੈਗਾ, ਮੈਂ ਮੁਕਤੀਦਾਤਾ ਹੈਗਾ, ਮੈਂ ਉਹ ਅੱਗ ਦਾ ਥੰਮ ਹੈਗਾ ਜਿਹੜਾ ਬਿਆਵਾਨ ਦੇ ਵਿੱਚ ਇਜ਼ਰਾਈਲੀਆਂ ਨੂੰ ਲੈ ਕੇ ਜਾਂਦਾ ਸੀਗਾ, For the whole world. ਸਾਰੀ ਦੁਨੀਆ ਦਾ। To bring you out of the cellar of sin. ਪ੍ਰਭੂ ਕਹਿੰਦੇ ਕਿ ਮੈਂ ਦੁਨੀਆ ਵਿੱਚ ਆਇਆ ਤਾਂ ਕਿ ਤੁਹਾਨੂੰ ਉਸ ਪਾਪ ਦੀ ਕਾਲ ਕੋਠੜੀ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਵਾਂ। And if you do come, ਤੁਸੀਂ ਆਓਗੇ ਪ੍ਰਭੂ ਦੇ ਕੋਲ, you will follow me. ਤੁਸੀਂ ਮੇਰੇ ਮਗਰ ਚੱਲੋਗੇ, Your heart will change. ਤੁਹਾਡੇ ਦਿਲ ਬਦਲੇ ਜਾਓਗੇ And you'll never walk in darkness. ਔਰ ਤੁਸੀਂ ਕਦੇ ਵੀ ਫਿਰ ਮੁੜ ਕੇ ਹਨੇਰੇ ਵਿੱਚ ਨਹੀਂ ਚੱਲੋਗੇ। Come to Christ. ਪ੍ਰਭੂ ਯਿਸੂ ਮਸੀਹ ਦੇ ਕੋਲ ਆਵੋ। Amen. ਆਮੀਨ। We will now have our last hymn. ਹੁਣ ਅਸੀਂ ਆਪਣਾ ਅਖੀਰਲਾ ਗੀਤ ਗਾਵਾਂਗੇ। So please sing at home as you do in church. ਜਦੋਂ ਚਰਚ 'ਚ ਬੈਠੇ ਗਾਉਣੇ ਆ, ਘਰ ਬੈਠੇ ਵੀ ਗਾਵੋ। And after that, we will close in prayer. ਇਸ ਤੋਂ ਬਾਅਦ ਅਸੀਂ ਪ੍ਰਾਰਥਨਾ ਵਿੱਚ ਮੀਟਿੰਗ ਬੰਦ ਕਰਾਂਗੇ। यीशु राह हमें साथ ले चलता, इससे बढ़कर क्या चाहो। पथ प्रदर्शक कृष्ण का मैं भला कैसे करूं। कुशल पूर्वक अपू रहता मैं विश्वास से यीशु में, क्योंकि जानता कुछ भी आए मैं सुरक्षित हूँ उसमें। क्योंकि जानता कुछ भी आए मैं सुरक्षित हूँ उसमें। यीशु राह में साथ ले चल
घर से बहती सोते को। यीशु राह में साथ ले चलता, प्रेम की सारी पूर्णता में पूरी शांति की प्रतिज्ञा ईश्वर पास जो है स्वर्ग में। मेरी आत्मा जब उठ जाए बसे स्वर्ग की राज में जा, मैं गाऊंगा कि यीशु मेरा पथ प्रदर्शक था। मैं गाऊंगा कि यीशु मेरा पथ प्रदर्शक था। Let's pray. आओ प्रार्थना करिए। Eternal and mighty God in heaven, सदीपक सर्वशक्तिमान स्वर्गीय पिता, God who is light, ਉਹ ਪਰਮੇਸ਼ਵਰ ਜਿਹੜੀ ਰੋਸ਼ਨੀ ਹੈਗੀ ਆ, God who dwells in light, unapproachable, ਉਹ ਪਰਮੇਸ਼ਵਰ ਜਿਹੜੇ ਉਸ ਰੋਸ਼ਨੀ ਵਿੱਚ ਵਾਸ ਕਰਦੇ ਆ ਜਿਹਦੇ ਕੋਲ ਇਨਸਾਨ ਜਾ ਨਹੀਂ ਸਕਦਾ, the God who is the Father of lights, in whom there is no variation or shadow of turning, ਉਹ ਪਰਮੇਸ਼ਵਰ ਜਿਹੜਾ ਰੋਸ਼ਨੀ ਦਾ ਪਿਤਾ ਹੈਗਾ ਜਿਹਦੇ 'ਚ ਕੋਈ ਫਰਕ ਨਹੀਂ ਹੈਗਾ, ਜਿਹੜਾ ਬਦਲਦਾ ਨਹੀਂ ਹੈਗਾ, God who led his people in the wilderness, ਉਹ ਪਰਮੇਸ਼ਵਰ ਜਿਹਨੇ ਬਿਆਵਾਨ ਵਿੱਚ ਆਪਣੇ ਲੋਕਾਂ ਨੂੰ ਚਲਾਇਆ, God who appeared to Moses in the burning bush as light, ਉਹ ਪਰਮੇਸ਼ਵਰ ਜਿਹੜਾ ਜਲਦੀ ਹੋਈ ਝਾੜੀ ਵਿੱਚ ਮੂਸਾ ਦੇ ਅੱਗੇ ਆਇਆ ਰੋਸ਼ਨੀ ਬਣ ਕੇ, God, you have appeared through your Son in this world, ਪਿਤਾ the light of the ਤੁਸੀਂ world. ਤੁਸੀਂ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੀ ਹੋ ਕੇ ਇਹ ਦੁਨੀਆ ਦਾ ਨੂਰ ਬਣ ਕੇ ਆਏ ਆ। This world that was in darkness, in this world a great light has shone. ਇਹ ਦੁਨੀਆ ਜਿਹੜੀ ਹਨੇਰੇ ਵਿੱਚ ਸੀਗੀ, ਇਸ ਦੁਨੀਆ ਵਿੱਚ ਇੱਕ ਵੱਡਾ ਨੂਰ ਚਮਕਿਆ। We thank you that Jesus is that light, ਧੰਨਵਾਦ ਕਰਦੇ ਕਿ ਪ੍ਰਭੂ ਯਿਸੂ ਮਸੀਹ ਉਹ ਨੂਰ ਹੈਗੇ ਆ, who's come to give us life, ਸਾਨੂੰ ਆਇਆ ਜ਼ਿੰਦਗੀ ਬਖਸ਼ਣ ਦੇ ਲਈ, to bring us out of darkness ਸਾਨੂੰ ਹਨੇਰੇ ਵਿੱਚ ਬਾਹਰ ਕੱਢ ਕੇ ਲੈ ਕੇ ਆਉਣ ਦੇ ਲਈ, into his marvelous light. ਆਪਣੀ ਸੋਹਣੀ ਰੋਸ਼ਨੀ ਵਿੱਚ। Lord, we pray, ਪ੍ਰਭੂ ਪ੍ਰਾਰਥਨਾ ਕਰਦੇ ਹਾਂ, teach us, Lord, to walk in your light, ਪ੍ਰਭੂ ਸਾਨੂੰ ਸਿਖਾਓ ਆਪਣੀ ਰੋਸ਼ਨੀ ਦੇ ਵਿੱਚ ਚੱਲਣਾ, to walk in your love. ਤੁਹਾਡੇ ਪਿਆਰ ਵਿੱਚ ਚੱਲਣਾ। And we pray, God, that you'd bring many souls this morning ਅਸੀਂ ਪ੍ਰਾਰਥਨਾ ਕਰਦੇ ਕਿ ਬਹੁਤ ਸਾਰੀ ਰੂਹਾਂ ਨੂੰ ਤੁਸੀਂ ਆਪਣੀ ਰੋਸ਼ਨੀ ਵਿੱਚ ਲੈ ਕੇ ਆਓ out ਇਸ ਵੇਲੇ, of the dungeon and the darkness of sin ਉਸ ਪਾਪ ਦੀ ਹਨੇਰੇ ਦੀ ਕਾਲ ਕੋਠੜੀ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਵੋ, to the newness and the freshness of the light of Christ. ਮਸੀਹ ਦੀ ਰੋਸ਼ਨੀ ਵਿੱਚ, ਸੁੰਦਰਤਾ ਦੇ ਵਿੱਚ, ਨਵੇਂਪਨ ਦੇ ਵਿੱਚ ਲੈ ਕੇ ਆਵੋ। Amen. ਆਮੀਨ। Thank you for listening to this message. For further information, visit www.emmanuelhansworth.org.uk.